ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸੂਬੇ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਤੇ ਸਰਕਾਰ ਨੇ ਆੜ੍ਹਤੀਏ ਵੀ ਖੁਸ਼ ਕਰ ਲਏ ਨੇ ਤੇ ਕੇਂਦਰ ਸਰਕਾਰ ਵੀ ਖੁਸ਼ ਕਰ ਲਈ ਹੈ। ਐਸੀ ਕਿਹੜੀ ਵਿਵਸਥਾ ਸਰਕਾਰ ਦੀ ਜਿਹਦੇ ਨਾਲ ਉਹ ਕਣਕ ਦੀ ਖਰੀਦ ਕਰੂਗੀ ਤੇ ਸੱਪ ਵੀ ਮਾਰੂਗੀ ਤੇ ਸੋਟਾ ਵੀ ਬਚਾਊਗੀ? ਇਸ ਬਾਰੇ ਵਿਸਥਾਰ 'ਚ ਸਾਡੇ ਮਾਹਿਰ ਤੁਹਾਨੂੰ ਦੱਸਣਗੇ। ਲੱਖਾ ਸਿਧਾਣਾ ਦੇ ਭਰਾ ਤੇ ਤਸ਼ੱਦਦ ਕਰਕੇ ਹੁਣ ਦਿੱਲੀ ਪੁਲਿਸ ਕੀ ਸਫਾਈਆਂ ਦੇ ਰਹੀ ਹੈ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਪੰਜਾਬ ਸਰਕਾਰ ਕਸੂਤੀ ਫਸ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਵਿਚਾਰਾਂਗੇ। ਇਸ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾ ਦਿੰਦੇ ਆ ਆਪਣੇ ਮਾਹਿਰ ਮਹਿਮਾਨਾਂ ਦੇ ਨਾਲ। ਇਸ ਵੇਲੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਰਦਾਰ ਕੁਲਦੀਪ ਸਿੰਘ ਹੀਰ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਭ ਤੋਂ ਪਹਿਲਾਂ ਤਾਂ ਅੱਜ ਵਿਸਾਖੀ ਹੈ ਤੇ ਤੁਹਾਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਬਿਲਕੁਲ ਜੀ, ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਮੁਬਾਰਕਾਂ ਜੀ। ਸ਼ਰਮਾ ਜੀ, ਅੱਜ ਮੁੱਦੇ ਤਾਂ ਬੜੇ ਤੱਤੇ ਨੇ ਮੇਰੇ ਕੋਲ, ਪਰ ਸ਼ੁਰੂਆਤ ਕਿਸਾਨ ਅੰਦੋਲਨ ਤੋਂ ਕਰ ਲੈਂਦੇ ਆ। ਇਸ ਵੇਲੇ ਕੀ ਅਪਡੇਟ ਹੈ ਕਿਸਾਨ ਅੰਦੋਲਨ ਦੀ? ਮੁੱਦੇ ਤੱਤੇ ਨੇ ਜੀ ਤੇ ਮੌਸਮ ਵੀ ਤੱਤਾ ਹੋ ਰਿਹਾ। ਵਿਸਾਖੀ ਆ ਗਈ ਆ। ਹਾਲਾਂਕਿ ਜੇ ਅਸੀਂ ਉਹਦੀ ਗੱਲ ਕਰੀਏ, ਥੋੜਾ ਜਿਹਾ ਤਵਾਜ਼ਨ ਕਰੀਏ ਪਿਛਲੇ ਸਮਿਆਂ ਨਾਲੋਂ, ਤੇ ਇਸ ਵਾਰ ਠੰਡ ਜਿਹੜੀ ਆ ਹਾਲੇ ਲੇਟ ਜਾ ਰਹੀ ਆ। ਗਰਮੀ ਥੋੜੀ ਆਉਣ ਦੇ ਵਿੱਚ ਸਮਾਂ ਲੱਗ ਰਿਹਾ, ਪਰ ਫਿਰ ਵੀ ਹੁਣ ਜਿੱਦਾਂ ਮੌਸਮ ਥੋੜਾ ਜਿਹਾ ਗਰਮ ਹੋ ਰਿਹਾ, ਕਣਕ ਦੀ ਵਾਢੀ ਸ਼ੁਰੂ ਹੋ ਗਈ ਆ। ਤੇ ਤੁਸੀਂ ਗੱਲ ਕੀਤੀ ਆ ਤੱਤਿਆਂ ਮੁੱਦਿਆਂ ਦੀ, ਤੇ ਕਿਸਾਨ ਅੰਦੋਲਨ ਦੀ ਜੇ ਗੱਲ ਕਰੀਏ ਤੇ ਕੱਲ ਜਿਹੜੀ ਸੀ ਗੁਰਦਾਸਪੁਰ ਦੇ ਵਿੱਚ ਰੈਲੀ ਸੀ ਕਿਸਾਨਾਂ ਦੀ। ਬੜੇ ਲੰਬੇ ਸਮੇਂ ਤੋਂ ਇਹ ਜਦੋਜਹਿਦ ਜਿਹੜੀ ਆ ਕਿਸਾਨਾਂ ਦੀ ਦਿੱਲੀ ਬਾਰਡਰ ਤੇ ਚੱਲ ਰਹੀ ਆ। ਉਸ ਦੇ ਨਾਲ ਨਾਲ ਉਹਨਾਂ ਨੇ ਸਾਰੇ ਹੀ ਲਗਭਗ ਨਾਰਥ ਇੰਡੀਆ 'ਚ, ਪੰਜਾਬ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ, ਰਾਜਸਥਾਨ ਦੇ ਵਿੱਚ ਵੀ, ਯੂਪੀ ਦੇ ਵਿੱਚ ਵੀ ਥਾਂ ਤੇ ਉਹਨਾਂ ਨੇ ਆਪਣੇ ਜਿਹੜੇ ਸੰਗਠਨ ਦੇ ਇਕੱਠ ਕਰਕੇ ਕਿਸਾਨਾਂ ਨੂੰ ਇਕਜੁੱਟ ਵੀ ਕੀਤਾ ਆ ਤੇ ਲੋਕਾਂ ਨੂੰ ਇਸ ਅੰਦੋਲਨ ਦੇ ਬਾਰੇ ਵੀ ਦੱਸਿਆ। ਤੇ ਉਹ ਜਿਹੜੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਦੇ ਕਾਨੂੰਨ ਆ ਉਹਨਾਂ ਬਾਰੇ ਵੀ ਆਪਣੀ ਗੱਲ ਜਿਹੜੀ ਆ ਉਹ ਕਿਸਾਨ ਆਗੂ ਜਿਹੜੇ ਆ ਉਹ ਦੱਸਣ 'ਚ ਕਾਮਯਾਬ ਰਹੇ ਜੀ। ਤੇ ਕੱਲ ਜਿਹੜੀ ਰੈਲੀ ਆ ਉਹਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਰਾਜੇਵਾਲ ਸਾਹਿਬ ਨੇ ਇਹ ਗੱਲ ਕਹੀ ਆ ਕਿ ਇਸ ਅੰਦੋਲਨ ਨੂੰ ਬਚਾਉਣ ਲਈ ਇੱਕ ਵਾਰ ਫਿਰ ਤੋਂ ਜਿਹੜੀ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਲੋਕਾਂ ਦਾ ਦਿੱਲੀ ਬਾਰਡਰ ਤੇ ਪਹੁੰਚਣਾ ਜਿਹੜਾ ਆ ਜ਼ਰੂਰੀ ਆ। ਤੇ ਉਹਦੇ ਲਈ ਉਹਨਾਂ ਨੇ ਇੱਕ ਨਵੀਂ ਤਰਕੀਬ ਦੱਸੀ ਆ ਕਿ ਘਰਾਂ ਦੀਆਂ ਜਿਹੜੀਆਂ ਔਰਤਾਂ ਆ ਉਹ ਆਪਣੇ ਬੰਦਿਆਂ ਨੂੰ ਕਹਿਣ ਕਿ ਤੁਸੀਂ ਹੁਣ ਉੱਥੇ ਕੁਝ ਦਿਨ ਲਈ ਫੇਰ ਜਾਓ। ਉਹਨਾਂ ਨੇ ਨਾਲ ਦੀ ਨਾਲ ਖੇਤੀ ਦੇ ਜਿਹੜੇ ਕੰਮਕਾਰ ਆ ਉਹਨਾਂ ਦੀ ਤਰਤੀਬ ਬਣਾਉਣ ਦੀ ਵੀ ਗੱਲ ਕੀਤੀ ਆ ਤੇ ਉੱਥੇ ਹਾਜ਼ਰੀ ਦੇ ਸਿਸਟਮ ਦੀ ਵੀ ਉਹਨਾਂ ਨੇ ਕੋਈ ਗੱਲ ਕੀਤੀ ਆ ਕਿ ਜਿਹੜੇ ਜਾ ਰਹੇ ਨੇ ਉਹ ਕੁਝ ਦਿਨ ਉੱਥੇ ਠਹਿਰਨ, ਫਿਰ ਵਾਪਸ ਆ ਕੇ ਕਿਸੇ ਹੋਰ ਬਾਕੀਆਂ ਨੂੰ ਭੇਜਣ। ਉਹਨਾਂ ਨੇ ਖੁੰਡਾਂ ਤੇ ਜਾਂ ਪਿੰਡਾਂ ਦੇ ਮੋੜਾਂ ਤੇ ਬੈਠ ਕੇ ਤਾਸ਼ ਖੇਡਣ ਵਰਗੀਆਂ ਗੱਲਾਂ ਨੂੰ ਛੱਡ ਕੇ ਤੇ ਕੁਝ ਦਿਨਾਂ ਲਈ ਅੰਦੋਲਨ ਵਿੱਚ ਫੇਰ ਜਾਣ ਦੀ ਗੱਲ ਜਿਹੜੀ ਉਹ ਕੀਤੀ ਆ। ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਆ ਉੱਥੇ ਜਾਂ ਗੱਲਬਾਤ ਹੋਈ ਆ ਕਿ ਤੁਸੀਂ ਪੰਜਾਬ ਦੇ ਵਿੱਚ ਇਹਨਾਂ ਰੈਲੀਆਂ ਨੂੰ ਕਿਉਂ ਕਰ ਰਹੇ ਆ, ਸਾਡੇ ਵੀ ਦਿਮਾਗ 'ਚ ਸਵਾਲ ਸੀ ਕਿ ਹੁਣ ਜਿਹਦਾ ਅੰਦੋਲਨ ਆ ਉੱਥੇ ਦਿੱਲੀ ਪਹੁੰਚਿਆ ਹੋਇਆ ਤੇ ਇੱਥੇ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਲੋਕ ਪਹਿਲਾਂ ਹੀ ਸ਼ਾਮਲ ਆ। ਤੇ ਉਹਨਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਨਾਲ ਜਿਹੜੇ ਜੁੜੇ ਹੋਏ ਸੰਗਠਨ ਨੇ ਵੱਖ-ਵੱਖ, ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਜਦੋਂ ਸਾਨੂੰ ਡਿਮਾਂਡ ਕਰਦੇ ਨੇ ਕਿ ਅਸੀਂ ਇੱਥੇ ਫਿਰ ਲੋਕਾਂ ਨਾਲ ਇੱਕ ਵਾਰ ਆਪਣਾ ਰਾਬਤਾ ਕਾਇਮ ਕਰੀਏ, ਤੇ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਫਿਰ ਇਹਨਾਂ ਪ੍ਰੋਗਰਾਮਾਂ ਨੂੰ ਰੱਖਣਾ ਪੈ ਰਿਹਾ ਤੇ ਰੱਖਣਾ ਚਾਹੀਦਾ ਵੀ ਆ ਕਿਤੇ ਨਾ ਕਿਤੇ। ਉਹਨਾਂ ਨੇ ਆਪਣੀ ਗੱਲ ਨੂੰ ਦੱਸਿਆ। ਤੇ ਜਿਹੜਾ ਇੱਕ ਹੋਰ ਗੱਲ ਵਧੀਆ ਲੱਗੀ ਆ, ਚੜੂਨੀ ਸਾਹਿਬ ਨੇ ਇੱਕ ਜਿਹੜੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਆ, ਉਹ ਬੜੀ ਚੰਗੀ ਗੱਲ ਵੀ ਆ ਤੇ ਸਾਡੇ ਲਈ ਫਿਰ ਤੋਂ ਇੱਕ ਵਾਰ ਸਮਝਣ ਦੀ ਗੱਲ ਆ। ਚੜੂਨੀ ਸਾਹਿਬ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬੀਓ ਤੁਸੀਂ ਇਸ ਗੱਲ ਤੋਂ ਪਾਸਾ ਵੱਟ ਲਓ ਕਿ ਸਾਰੀਆਂ ਹੀ ਸਿਆਸੀ ਧਿਰਾਂ ਜਿਹੜੀਆਂ ਉਹਨਾਂ ਦੀਆਂ ਰੈਲੀਆਂ 'ਚ ਜਾਣ ਤੋਂ ਗੁਰੇਜ਼ ਕਰੋ। ਤਦ ਹੀ ਇਹ ਲੋਕ ਜਿਹੜੇ ਆ ਇਸ ਗੱਲ ਨੂੰ ਸਮਝਣਗੇ ਕਿ ਲੋਕ ਸਾਡੇ ਤੋਂ ਹੁਣ ਖਫਾ ਨੇ, ਸਾਡੇ ਤੋਂ ਦੂਰ ਹੋ ਰਹੇ ਨੇ। ਫਿਰ ਸ਼ਾਇਦ ਇਹ ਤੁਹਾਡੀ ਗੱਲ ਨੂੰ ਲੈ ਕੇ ਕਿਸੇ ਨਾ ਕਿਸੇ ਪ੍ਰੈਸ਼ਰ ਦੇ ਰੂਪ ਦੇ ਵਿੱਚ ਜਾਣ। ਨਹੀਂ ਤੇ ਲਗਭਗ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਆ ਕਿਸਾਨ ਅੰਦੋਲਨ ਨੂੰ ਲਗਭਗ ਸੈਕੰਡਰੀ ਚੀਜ਼ ਸਮਝ ਕੇ ਤੇ ਚੋਣਾਂ ਦੇ ਦੁਆਲੇ ਹੋ ਗਈਆਂ ਜਾਪਦੀ। ਜੀ ਕੁਲਦੀਪ ਜੀ, ਸ਼ਰਮਾ ਜੀ ਨੇ ਜਿਵੇਂ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਤਿੱਖਾ ਕੀਤਾ ਜਾ ਰਿਹਾ, ਤੇ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੋਦੀ ਜੀ ਦਾ ਜਿਹੜਾ ਵਿਸ਼ਵ ਗੁਰੂ ਬਣਾਉਣ ਦਾ ਭਾਰਤ ਦਾ ਸੁਪਨਾ ਆ, ਉਹਨੂੰ ਕਿਸਾਨ ਅੰਦੋਲਨ ਕਿਤੇ ਤਰੇੜਾਂ ਤਾਂ ਨਹੀਂ ਪਾ ਰਿਹਾ? ਕਿਸਾਨ ਅੰਦੋਲਨ ਤਰੇੜਾਂ ਪਾ ਸਕਦਾ ਹੈ। ਜਿਹੜੀਆਂ ਗੱਲਾਂ ਅੰਮ੍ਰਿਤ ਜੀ ਨੇ ਕੀਤੀਆਂ ਨੇ ਕਿ ਗੁਰਨਾਮ ਸਿੰਘ ਚੜੂਨੀ ਤੇ ਬਲਵੀਰ ਸਿੰਘ ਰਾਜੇਵਾਲ ਤੇ ਹੋਰਨਾਂ ਆਗੂਆਂ ਨੇ ਆਖੀਆਂ ਨੇ, ਜੇ ਉਹਨਾਂ ਤੇ ਗੌਰ ਕੀਤੀ ਜਾਵੇ ਤੇ ਵਿਸ਼ਵ ਗੁਰੂ ਬਣਾ ਲੈਣ ਮੋਦੀ ਜੀ, ਕਿਸੇ ਨੂੰ ਕੀ ਇਤਰਾਜ਼ ਹੈ? ਵਿਸ਼ਵ ਗੁਰੂ ਬਣਾਉਣ 'ਚ ਕੋਈ ਇਤਰਾਜ਼ ਨਹੀਂ, ਪਰ ਆਪਣੇ ਮੁਲਕ ਦੇ ਲੋਕਾਂ ਦਾ ਜੀਣਾ ਤਾਂ ਨਾ ਦੁੱਭਰ ਕਰਨ। ਕਿਸਾਨਾਂ ਦੀ ਕਦੇ ਵੀ ਇਹ ਮਨਸ਼ਾ ਨਹੀਂ ਰਹੀ, ਜਾਂ ਕਿਸਾਨ ਸੰਸਥਾਵਾਂ ਦੀ ਜਾਂ ਕਿਸਾਨ ਆਗੂਆਂ ਦੀ, ਕਿ ਭਾਰਤ ਨੂੰ ਜਾਂ ਮੋਦੀ ਦੇ ਅਕਸ ਨੂੰ ਕਿਸੇ ਤਰ੍ਹਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਢਾਹ ਲਾਈ ਜਾਵੇ। ਗੱਲ ਤੇ 3 ਬਿੱਲਾਂ ਦੀ ਹੈ, ਕਾਨੂੰਨਾਂ ਦੀ ਹੈ। ਬਿੱਲ ਸੀ, ਕਾਨੂੰਨ ਬਣ ਗਏ ਨੇ। ਜੇ ਉਹ ਵਾਪਸ ਕਰ ਲਏ ਜਾਣ ਤੇ ਜਿਹੋ ਜਿਹਾ ਕਿਸਾਨ ਯੋਗਦਾਨ ਪਹਿਲਾਂ ਮੁਲਕ ਦੀ ਤਰੱਕੀ ਦੇ ਵਿੱਚ ਤੇ ਮੁਲਕ ਨੂੰ ਅਗਾਂਹ ਵਧਾਉਣ ਦੇ ਵਿੱਚ ਪਾ ਰਹੇ ਸਨ ਤੇ ਹੁਣ ਵੀ ਪਾਉਣਗੇ। ਵਿਸ਼ਵ ਗੁਰੂ ਛੱਡ ਕੇ ਜੋ ਮਰਜ਼ੀ ਬਣਾ ਲੈਣ, ਵਿਸ਼ਵ ਦੀ ਤਾਕਤ ਬਣਾ ਲੈਣ, ਤੇ ਬਣ ਵੀ ਸਕਦਾ ਹੈ, ਕੋਈ ਇਹੋ ਜਿਹੀ ਵੱਡੀ ਗੱਲ ਨਹੀਂ। ਪਰ ਉਸ ਸੋਚ ਤੋਂ ਅਜੇ ਮੁਨਕਰ ਹੈ ਮੋਦੀ ਕਿ ਜਿਸ ਨਾਲ ਉਹ ਕਿਸਾਨਾਂ ਨੂੰ ਉਹ ਖੁਸ਼ ਕਰਕੇ ਕਿਸਾਨਾਂ ਦੇ ਹੱਕ ਦੀ ਜਿਹੜੀ ਗੱਲ ਹੈ ਉਹ ਕਰਕੇ ਤੇ ਕਿਸਾਨਾਂ ਦੀ ਝੋਲੀ ਦੇ ਵਿੱਚ ਕੁਝ ਪਾ ਸਕੇ। ਲੇਕਿਨ ਹਾਲ ਦੀ ਘੜੀ ਇਹਨਾਂ ਹਾਲਾਤਾਂ ਦੇ ਚੱਲਦਿਆਂ ਵਿਸ਼ਵ ਗੁਰੂ ਬਣਨ ਵੱਲ ਨੂੰ ਕੋਈ ਸਟੈਪ ਵੱਧਦਾ ਹੋਇਆ ਨਜ਼ਰ ਨਹੀਂ ਆ ਰਿਹਾ।
ਹੁਣ KMP ਜਾਂ KGP ਹਾਈਵੇ ਤੇ 24 ਘੰਟੇ ਦਾ ਜਾਮ ਲੱਗਿਆ ਸੀ। ਕਿਸਾਨਾਂ ਨੇ 24 ਘੰਟੇ ਦਾ ਬੰਦ, ਤੇ ਜਿਹੜੇ ਪ੍ਰਤੱਖ ਗਵਾਹ ਜਾਂ ਦਰਸ਼ਕ ਉੱਥੇ ਗਏ ਹੋਏ ਸੀ, ਜੇ ਉਹਨਾਂ ਦੀ ਗੱਲ ਗੌਰ ਨਾਲ ਸੁਣੀ ਜਾਵੇ ਤਾਂ ਬੰਦ ਵੀ ਹੋਇਆ, ਕਿਸਾਨਾਂ ਨੇ ਰੈਲੀਆਂ ਵੀ ਕੀਤੀਆਂ, ਸਭ ਕੁਝ ਆਇਆ ਚੈਨਲਾਂ ਤੇ ਸਭ ਤੇ ਵਿਖਾਇਆ ਗਿਆ। ਪਰ ਉਹ ਇਕੱਠ ਜੋ ਕਿਸੇ ਸਮੇਂ ਤੇ ਸਿੰਘੂ ਮੋਰਚੇ ਤੇ ਜਾਂ ਟਿੱਕਰੀ ਬਾਰਡਰ ਤੇ ਜਾਂ ਗਾਜ਼ੀਆਬਾਦ ਤੇ ਸੀ, ਗਾਜ਼ੀਪੁਰ ਤੇ, ਉਹ ਹੁਣ ਵੇਖਣ ਨੂੰ ਨਹੀਂ ਮਿਲ ਰਿਹਾ, ਘੱਟ ਹੈ। ਲੋਕਾਂ ਦਾ ਉਤਸ਼ਾਹ ਉਹਨਾਂ ਨਹੀਂ ਹੈ। ਆਪ ਮੁਹਾਰੇ ਲੋਕ ਜਾਂਦੇ ਸਨ ਅੱਗੇ, ਇੱਥੋਂ ਤੱਕ ਕਿ ਬਜ਼ੁਰਗ, ਔਰਤਾਂ, ਬੱਚੇ ਉਹ ਵੀ ਕਹਿੰਦੇ ਸੀ ਕਿ ਅਸੀਂ ਵੀ ਜਾਣਾ, ਅਸੀਂ ਵੀ ਜਾਣਾ, ਔਰ ਗਏ ਨੇ ਸਾਰੇ। ਕੋਈ ਰਹਿ ਗਿਆ ਤੇ ਉਹਦੇ ਮਨ ਦੀ ਖਾਹਿਸ਼ ਇਹ ਰਹਿ ਗਈ ਕਿ ਮੈਂ ਕਿਉਂ ਨਹੀਂ ਗਿਆ, ਤੇ ਮੈਨੂੰ ਵੀ ਜਾਣਾ ਚਾਹੀਦਾ ਸੀ। ਤੇ ਹੁਣ ਅੰਦੋਲਨ ਇਸ ਮੋੜ ਤੇ ਖੜਾ ਹੋ ਗਿਆ ਕਿ ਜਦੋਂ ਕਿਸਾਨ ਆਗੂ ਜਿਹੜੇ ਨੇ ਲੋਕਾਂ ਨੂੰ ਵੰਗਾਰ ਰਹੇ ਨੇ ਕਿ ਤੁਸੀਂ ਨਿਕਲੋ, ਕੰਮ ਦੇ ਦਿਨ ਨੇ, ਥੋੜ੍ਹੇ ਦਿਨ ਰਿਆਇਤ ਵਰਤੀ ਜਾ ਸਕਦੀ ਹੈ। ਵਾਢੀ ਦਾ ਸੀਜ਼ਨ ਪਿਛਲੇ ਸਾਲਾਂ ਵਾਂਗ ਜੋ ਪਹਿਲੇ ਸਮਿਆਂ ਦੇ ਵਿੱਚ ਲੰਬਾ ਚੱਲਦਾ ਹੁੰਦਾ ਸੀ, ਉਹ ਸਮਾਂ ਨਹੀਂ ਹੈ। ਕੁਝ ਦਿਨ ਹੋਰ ਨੇ, ਮਾਲਵੇ ਦੇ ਵਿੱਚੋਂ ਤਕਰੀਬਨ ਵਾਢੀ ਦਾ ਸੀਜ਼ਨ ਖਤਮ ਹੈ, ਤੇ ਦੁਆਬਾ ਤੇ ਮਾਝਾ ਜਿਹੜਾ ਇਹ ਵੀ ਛੇਤੀ ਖਤਮ ਹੋ ਜਾਵੇਗਾ, ਤੇ ਪੰਜਾਬ ਦਾ ਕਿੰਨਾ ਕੁ ਰਕਬਾ ਹੈ। ਸੋ ਇੱਧਰ ਨੂੰ ਚੱਲ ਰਹੇ ਨੇ। ਪਰ ਉਹ ਜਿਹੜੇ ਹਾਈਵੇ ਬੰਦ ਕੀਤੇ ਸੀ, ਇੱਕ ਮੈਂ ਦੱਸ ਦੇਵਾਂ ਕਿ ਅੱਜ ਦੀ ਇਹ ਤਾਜ਼ਾ ਖਬਰ ਇਹ ਹੈ ਕਿ ਉੱਥੋਂ ਇੱਕ ਅਧਿਕਾਰੀ ਨੂੰ ਨਾਲ ਲੈ ਕੇ, ਕਮਿਸ਼ਨਰ ਲੈਵਲ ਦੇ ਨੂੰ, ਪੁਲਿਸ ਫੋਰਸ ਨੂੰ ਨਾਲ ਲੈ ਕੇ ਉਹਨਾਂ ਉਸੇ ਹਾਈਵੇ ਤੇ ਟੋਲ ਵੀ ਦੁਬਾਰਾ ਚਾਲੂ ਕਰ ਦਿੱਤੇ ਗਏ ਨੇ, ਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਾ ਦਿੱਤਾ ਗਿਆ। ਇਹ ਸੈਟਬੈਕ ਹੈ। ਜੇ ਉੱਥੇ ਸਸਟੇਨ ਨਹੀਂ ਕਰ ਰਹੇ ਸਾਡੇ ਕਿਸਾਨ ਆਗੂ, ਜਾਂ ਜਿਹੜੇ ਉੱਥੇ ਇੰਨਾ ਇਕੱਠ ਨਹੀਂ ਹੈ ਕਿ ਸਰਕਾਰ ਉਹਨਾਂ ਨੂੰ ਦਬਾਅ ਪਾ ਕੇ ਉੱਥੋਂ ਆਸੇ-ਪਾਸੇ ਨੂੰ ਹਟਾ ਰਹੀ ਹੈ, ਤੇ ਜਾਂ ਮੋਦੀ ਸਾਹਿਬ ਨੂੰ ਜਾਂ ਹਰਿਆਣੇ ਦੀ ਖੱਟੜ ਸਰਕਾਰ ਨੂੰ ਕਿਸਾਨਾਂ ਨਾਲੋਂ ਵੱਧ ਉਹਨਾਂ ਕੰਪਨੀਆਂ ਦੀ ਫਿਕਰ ਹੈ ਜੋ ਲੋਕਾਂ ਦੀ ਜੇਬ ਦੇ ਵਿੱਚ ਹੱਥ ਪਾ ਕੇ ਰੋਜ਼ਾਨਾ ਕਰੋੜਾਂ ਦਾ ਟੋਲ ਵਸੂਲਦੇ। ਜੀ, ਤੇ ਕੁਲਦੀਪ ਜੀ, ਅੱਜ ਕਿਸਾਨਾਂ ਦਾ ਆਪਣਾ ਤਿਉਹਾਰ ਹੈ, ਵਿਸਾਖੀ ਦਾ ਤਿਉਹਾਰ, ਤੇ ਫਿਰ ਉੱਥੇ ਹੀ ਮਨਾਉਣਗੇ ਦਿੱਲੀ ਦੀਆਂ ਹੱਦਾਂ ਤੇ। ਵਿਸਾਖੀ ਦੇ ਬਾਰੇ ਪਹਿਲਾਂ ਐਲਾਨ ਕਰ ਚੁੱਕੇ ਨੇ ਕਿਸਾਨ ਕਿ ਉੱਥੇ ਮਨਾਵਾਂਗੇ। ਵਿਸਾਖੀ ਇਕੱਲੀ ਵਿਸਾਖੀ ਨਹੀਂ ਸਵਲੀਨ ਜੀ, ਵਿਸਾਖੀ ਜਿਹੜਾ ਇੱਕ ਫਸਲਾਂ ਪੱਕਣ ਦੀ ਇੱਕ ਖੁਸ਼ੀ ਹੁੰਦੀ ਹੈ, ਉਸ ਨਾਲ ਜੁੜਿਆ ਹੋਇਆ ਤਿਉਹਾਰ ਹੈ ਜੋ ਮੁੱਢ ਕਦੀਮ ਤੋਂ ਪੰਜਾਬ ਦੇ ਪੁਰਾਣੇ ਤਿਉਹਾਰਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ। ਇਸ ਨੂੰ ਹਾਲਾਂਕਿ ਥੋੜ੍ਹਾ ਪਿਛਾਂਹ ਸੁੱਟ ਦਿੱਤਾ ਗਿਆ, ਸਮਾਂ ਪਾ ਕੇ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ, ਪਰ ਵਿਸਾਖੀ ਦਾ ਬਹੁਤ ਜ਼ਿਆਦਾ ਅਹਿਮੀਅਤ ਹੈ। ਵਿਸਾਖੀ ਦੀ ਖਾਸ ਤੌਰ 'ਤੇ ਜੋ ਪੰਜਾਬ ਦਾ ਵੱਡਾ ਖਿੱਤਾ ਹੋਇਆ ਕਰਦਾ ਸੀ ਇਸ ਖਿੱਤੇ ਦੇ ਵਿੱਚ, ਨਾਲ ਦੀ ਨਾਲ ਖਾਲਸੇ ਦਾ ਸਾਜਨਾ ਦਿਵਸ ਹੈ। ਔਰ ਉਹ ਕਿਵੇਂ ਖਾਲਸੇ ਦਾ ਜਿਹੜਾ ਸਾਜਨਾ ਦਿਵਸ ਹੈ ਪਿਛਲੇ ਸਾਲਾਂ ਤੋਂ ਮਨਾਇਆ ਜਾਂਦਾ ਹੈ, ਜਾਂ ਵੱਡੇ ਪੱਧਰ 'ਤੇ 1999 ਦੇ ਵਿੱਚ ਮਨਾਇਆ ਗਿਆ ਸੀ, 300 ਸਾਲਾ ਹੋਇਆ ਸੀ। ਇਸ ਦੇ ਨਾਲ ਹੀ ਇੱਕ ਜੁੜੀ ਹੋਈ ਜਿਹੜੀ ਘਟਨਾ ਹੈ ਜਲਿਆਂਵਾਲੇ ਬਾਗ ਦੀ ਵੀ ਹੈ, ਕਿ ਕਿਸ ਤਰ੍ਹਾਂ ਜਲਿਆਂਵਾਲੇ ਬਾਗ ਦੇ ਵਿੱਚ 1919 ਨੂੰ 13 ਅਪ੍ਰੈਲ ਨੂੰ ਨਿਹੱਥੇ ਲੋਕਾਂ ਦਾ ਕਤਲੇਆਮ ਹੋਇਆ ਸੀ। ਸੋ ਇਹ ਬੜਾ ਇੱਕ ਬਹੁਰੰਗੀ ਇੱਕ ਸਿਸਟਮ ਹੈ ਵਿਸਾਖੀ ਦਾ। ਇਸ ਨਾਲ ਕਈ ਕੁਛ ਜਿਹੜਾ ਇਕੱਠਾ ਹੋ ਕੇ ਜਜ਼ਬਾ ਵੀ ਆਉਂਦਾ ਹੈ, ਜੋਸ਼ ਵੀ ਆਉਂਦਾ ਹੈ, ਤੇ ਨਾਲ ਦੁੱਖ ਵੀ ਹੁੰਦਾ ਹੈ। ਉਹਨਾਂ ਹਕੂਮਤਾਂ ਦੇ ਖਿਲਾਫ ਇਨਸਾਨ ਜਿਹੜਾ ਹੈ ਉਹ ਆਪਣੀ ਸੋਚ ਨੂੰ ਵੀ ਉਸ ਕੁਝ ਤਿੱਖਿਆ ਕਰਦਾ ਹੈ ਕਿ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕੀਤੇ ਔਰ ਇੰਨਾ ਲੰਬਾ ਸਮਾਂ ਜ਼ੁਲਮ ਕਰਦੇ ਰਹੇ, ਔਰ ਸਾਡੇ ਬਜ਼ੁਰਗਾਂ ਨੇ ਸਾਡੇ ਆਪਣੇ ਪਿੰਡੇ ਤੇ ਹਟਾਇਆ, ਗੋਲੀਆਂ ਖਾਧੀਆਂ ਸੀਨਿਆਂ ਦੇ ਵਿੱਚ, ਔਰ ਕਿਵੇਂ ਔਰ ਕਿਸ ਤਰ੍ਹਾਂ ਹੋਇਆ, ਜ਼ਾਲਮ ਸਰਕਾਰਾਂ ਨੇ ਕਿਵੇਂ ਸਮੇਂ ਤੇ ਸਾਨੂੰ ਦੱਬਿਆ। ਮੈਂ ਸਮਝਦਾ ਕਿ ਕਿਸਾਨ ਅੱਜ ਕਿਸ ਤਰ੍ਹਾਂ ਦੀ ਵਿਸਾਖੀ ਮਨਾਉਂਦੇ ਨੇ, ਇਹ ਸ਼ਾਮ ਤੱਕ ਰਿਪੋਰਟਾਂ ਆ ਜਾਣਗੀਆਂ, ਪਰ ਚੜ੍ਹਦੀ ਕਲਾ ਵਿੱਚ ਨੇ ਜਿਹੜੇ ਕਿਸਾਨ ਉੱਥੇ ਗਏ ਨੇ, ਔਰ ਉਹਨਾਂ ਨੂੰ ਸ਼ਾਬਾਸ਼ ਹੈ ਜੀ। ਤੇ ਕੁਲਦੀਪ ਜੀ, ਕਣਕ ਦੀ ਜਿਹੜੀ ਖਰੀਦ ਆ ਉਹਨੂੰ ਲੈ ਕੇ ਬੜੇ ਦਿਨਾਂ ਦਾ ਰੇੜਕਾ ਪਿਆ ਸੀ, ਤੇ ਹੁਣ ਇਹਨਾਂ ਨੇ ਕਿਹੜਾ ਵਿਚਲਾ ਰਾਹ ਜਿਹੜਾ ਲੱਭਿਆ ਆ ਜਿਹਦੇ ਨਾਲ ਹੁਣ ਖਰੀਦ ਵੀ ਹੋਊਗੀ, ਆੜ੍ਹਤੀਏ ਵੀ ਖੁਸ਼ ਹੋਣਗੇ, ਤੇ ਕੇਂਦਰ ਸਰਕਾਰ ਵੀ ਖੁਸ਼ ਹੋਊਗੀ। ਪਹਿਲਾਂ ਤਾਂ ਮੈਂ ਥੋੜ੍ਹੀ ਜਿਹੀ ਡਿਟੇਲ ਇਸ ਦੀ ਦੱਸ ਦੇਵਾਂ ਕਿ ਕਣਕ ਦੀ ਖਰੀਦ ਜਿਹੜੀ ਹੈ ਇੰਨੇ ਸਾਲਾਂ ਤੋਂ ਚੱਲਦੀ ਆ ਰਹੀ ਸੀ, ਉਸ ਵਿੱਚ ਥੋੜ੍ਹਾ ਬਦਲਾਵ ਕਰ ਦਿੱਤਾ ਸਰਕਾਰ ਨੇ। ਕਾਹਲੀ ਕਾਹਦੀ ਪਈ ਹੋਈ ਸੀ। ਜੇ ਪਿਛਲੇ ਸਾਲਾਂ ਦੇ ਵਿੱਚ ਖਰੀਦ ਸਿਸਟਮ ਚੱਲ ਰਿਹਾ ਸੀ, ਜਾਂ ਤੇ ਸਰਕਾਰ ਕਹਿ ਦੇਵੇ ਕਿ ਸਾਨੂੰ ਉਸ ਦੇ ਵਿੱਚੋਂ ਕੋਈ ਘਾਟਾ ਪੈਂਦਾ ਸੀ। ਖਰੀਦ ਸਰਕਾਰ ਕਰਦੀ ਹੈ, ਸਰਕਾਰੀ ਏਜੰਸੀਆਂ ਕਰਦੀਆਂ ਨੇ, ਮਾਰਕਫੈਡ ਹੈ, ਪਨਸਪ ਹੈ, FCI ਹੈ, ਇਹ 3 ਸਰਕਾਰੀ ਏਜੰਸੀਆਂ ਪੰਜਾਬ ਦੇ ਵਿੱਚ ਖਰੀਦ ਕਰਦੀਆਂ ਨੇ। ਕਿਸਾਨ ਫਸਲ ਹੀ ਵੇਚਦੇ ਸਨ, ਕੋਈ ਮਿੱਟੀ ਤਾਂ ਨਹੀਂ ਸੀ ਵੇਚ ਕੇ ਆਉਂਦੇ, ਸੋਹ ਤਾਂ ਨਹੀਂ ਸੀ ਵੇਚ ਕੇ ਆਉਂਦੇ, ਕਣਕ ਵੇਚਦੇ ਹਨ, ਤੇ ਕਣਕ ਦੇ ਵੱਟੇ ਪੈਸੇ ਲੈਂਦੇ ਨੇ, ਢੇਰੀਆਂ ਜੁਖਾ ਕੇ ਆਉਂਦੇ ਨੇ, ਸਾਫ਼ ਕਰਾ ਕੇ ਆਉਂਦੇ ਨੇ, ਮੰਡੀਆਂ ਦੇ ਵਿੱਚ ਦਿਨ ਰਾਤ ਬੈਠਣ ਲਈ ਮਜਬੂਰ ਹੁੰਦੇ ਨੇ, ਔਰ ਉੱਥੇ ਹਰ ਚੀਜ਼ ਦਾ ਕਿਸਾਨਾਂ ਨੂੰ ਦੁੱਖ ਝੱਲਣਾ ਪੈਂਦਾ, ਮੌਸਮ ਦੀ ਮਾਰ ਵੀ ਝੱਲਣੀ ਪੈਂਦੀ ਹੈ। ਔਰ ਫਸਲ ਜਿੰਨੀ ਦੇਰ ਤੱਕ ਸੁਕਾ ਕੇ, ਜੁਖਾ ਕੇ, ਸਾਫ਼ ਕਰਕੇ ਉਹ ਜੁਖ ਨਹੀਂ ਜਾਂਦੀ, ਕਿਸਾਨ ਨੂੰ ਉਨੀ ਦੇਰ ਤੱਕ ਤਸੱਲੀ ਨਹੀਂ ਹੁੰਦੀ ਕਿ ਮੇਰੀ ਜੇਬ ਦੇ ਵਿੱਚ ਕੁਝ ਪੈ ਜਾਵੇਗਾ ਕਿ ਨਹੀਂ ਪੈ ਜਾਵੇਗਾ। ਤੇ ਇਸ ਸਿਸਟਮ ਨੂੰ ਇੱਕਦਮ ਬਦਲਣ ਦੀ ਕੀ ਲੋੜ ਸੀ ਕਿ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਜਾਵੇਗੀ। ਕੀ ਇਹ ਜਿਹੜੀ ਪਹਿਲਾਂ ਅਦਾਇਗੀ ਜਾਂਦੀ ਸੀ, ਕਿਸਾਨਾਂ ਵੱਲੋਂ ਕਦੀ ਕੋਈ ਮੁਜ਼ਾਹਰੇ ਕੀਤੇ ਗਏ ਕਿ ਸਾਨੂੰ ਪੇਮੈਂਟ ਨਹੀਂ ਮਿਲੀ ਕਣਕ ਦੀ? ਜੇ ਪਹਿਲਾਂ ਸਰਕਾਰੀ ਏਜੰਸੀਆਂ ਦੇ ਥਰੂ, ਆੜ੍ਹਤੀਆਂ ਦੇ ਥਰੂ ਆਉਂਦੀ ਸੀ, ਤੇ ਤੁਸੀਂ ਆਉਣ ਦਿਓ ਭਾਈ। ਜਾਂ ਤਾਂ ਤੁਸੀਂ ਆੜ੍ਹਤੀਆਂ ਦਾ ਕਮਿਸ਼ਨ ਇਸ ਵਾਰੀ ਨਾ ਦੇਣਾ ਹੋਵੇ, ਕਮਿਸ਼ਨ ਤੇ ਉਹਨਾਂ ਨੂੰ ਫੇਰ ਦੇਣਾ, ਕਮਿਸ਼ਨ ਵੀ ਦੇਣਾ, ਸਾਫ਼ ਸਫਾਈ, ਛਣਾਈ, ਲੁਹਾਈ, ਸਭ ਕੁਝ ਖਰਚਾ ਜਿਹੜਾ ਹੋਣਾ। ਹੁਣ ਸਿਸਟਮ ਬਣਾ ਦਿੱਤਾ ਗਿਆ ਕਿ ਇੱਕ ਵੈਬ ਪੋਰਟਲ ਬਣਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਉਪਰਾਲਾ ਹੁਣ ਆਪਣੇ ਤੌਰ ਤੇ ਕੀਤਾ ਗਿਆ ਕਿ ਕੇਂਦਰ ਸਰਕਾਰ ਦੇ ਮਿਲਦੇ ਜੁਲਦੇ ਸਿਸਟਮ ਦੇ ਨਾਲ ਇੱਕ ਵੈਬ ਪੋਰਟਲ ਬਣਾ ਕੇ ਕਿਸਾਨ ਉੱਥੇ ਆਪਣੇ ਆਪ ਨੂੰ ਰਜਿਸਟਰ ਕਰੇਗਾ। ਰਜਿਸਟਰ ਕਰਾ ਕੇ
ਫਿਰ ਉੱਥੇ ਉਹਨੂੰ ਵੇਰਵਾ ਦੇਣਾ ਪਏਗਾ ਕਿ ਕਿੰਨੀ ਕਣਕ ਬੀਜੀ ਹੋਈ ਆ, ਕਿੰਨੀ ਮੈਂ ਵਾਹੀ ਕਰਦਾ ਤੇ ਕਿੰਨੀ ਕਣਕ ਦੀ ਪੈਦਾਵਾਰ ਹੋਣ ਦੀ ਮੇਰੀ ਸੰਭਾਵਨਾ ਹੈ। ਉਹ ਜਦੋਂ ਵੈਬ ਪੋਰਟਲ ਬਣਾ ਲਏਗਾ ਤੇ ਫਿਰ ਕਿਸਾਨ ਉਹ ਜਾਣਕਾਰੀ ਆੜ੍ਹਤੀਏ ਨੂੰ ਦੇਵੇਗਾ, ਉਹ ਨੰਬਰ 1 ਮਿਲ ਜਾਵੇਗਾ ਉਸ ਨੂੰ ਰਜਿਸਟ੍ਰੇਸ਼ਨ ਦਾ। ਆੜ੍ਹਤੀਆ ਫਿਰ ਫਸਲ ਉਸ ਦੀ ਮੰਡੀ ਵਿੱਚ ਆਪਣੀ ਫੜ ਤੇ ਲੁਹਾ ਕੇ ਉਸ ਨੂੰ ਸਾਫ਼ ਕਰਾ ਕੇ ਵਜਨ ਕਰਵਾ ਕੇ ਰਸੀਦ ਦੇਵੇਗਾ। ਤੇ ਇਹ ਸਰਕਾਰ ਨੇ ਦਾਅਵਾ ਕੀਤਾ ਕਿ 48 ਘੰਟਿਆਂ ਦੇ ਵਿੱਚ ਜਿਹੜੀ ਪੇਮੈਂਟ ਹੈ ਕਿਸਾਨ ਦੇ ਖਾਤੇ ਵਿੱਚ ਸਿੱਧੀ ਜਾਵੇਗੀ। ਹੁਣ ਉਹ ਕਿਸਾਨ ਦੇ ਖਾਤੇ ਵਿੱਚ ਜਾਵੇਗੀ ਪੇਮੈਂਟ, ਪਰ ਉਸ ਦਾ ਪੰਜਾਬ ਸਰਕਾਰ ਨੇ ਇਹ ਬਦਲਾਅ ਕੀਤਾ ਕਿ ਇੱਕ ਬਟਨ ਦੇ ਦਿੱਤਾ ਹੈ, ਉਹ ਆੜ੍ਹਤੀਏ ਦੇ ਕੋਲ ਹੋਵੇਗਾ ਕਿ ਆੜ੍ਹਤੀਏ ਦੇ ਖਾਤੇ ਵਿੱਚ ਪਹਿਲਾਂ ਪੈਸੇ ਆਉਣਗੇ, ਜਿਸ ਦਾ ਕੰਟਰੋਲ ਸਰਕਾਰ ਕੋਲ ਵੀ ਹੋਵੇਗਾ। ਉਸ ਖਾਤੇ ਤੇ ਜਦੋਂ ਪੇਮੈਂਟ ਕਿਸਾਨ ਦੀ ਆ ਜਾਵੇਗੀ ਤੇ ਪੇ ਨਾਓ ਦੀ ਆਪਸ਼ਨ ਆਵੇਗੀ। ਪੇ ਨਾਓ ਜਦੋਂ ਆੜ੍ਹਤੀਆ ਦੱਬ ਦੇਵੇਗਾ 48 ਘੰਟਿਆਂ ਦੇ ਵਿੱਚ ਤੇ ਕਿਸਾਨ ਦੇ ਖਾਤੇ 'ਚ ਪੇਮੈਂਟ ਪੈ ਜਾਵੇਗੀ। ਜੇ ਉਹ ਨਹੀਂ ਦੱਬਦਾ ਤਾਂ ਫਿਰ ਸਰਕਾਰ ਆਪਣੇ ਆਪ ਆ ਦੇਵੇਗੀ। ਸੋ ਆੜ੍ਹਤੀਆਂ ਨੂੰ ਵੀ ਵਿੱਚ ਇੱਕ ਵਿਚੋਲਗੀ ਦੇ ਤੌਰ ਤੇ ਪੰਜਾਬ ਸਰਕਾਰ ਨੇ ਰੱਖ ਲਿਆ। ਇਸ ਤੋਂ ਜ਼ਿਆਦਾ ਇਸ ਦੇ ਵਿੱਚ ਕੋਈ ਬਹੁਤਾ ਕੁਝ ਨਹੀਂ ਹੈ। ਔਰ ਆੜ੍ਹਤੀਆਂ ਨੂੰ 2.5% ਦੇ ਲਾਗੇ ਕਮਿਸ਼ਨ ਜਿਹੜਾ ਮਿਲੇਗਾ। ਪਰ ਇਸ ਦੇ ਵਿੱਚ ਘੁੰਡੀ ਹੋਰ ਵੀ ਹੈ ਕਿ ਜੋ ਲੁਹਾਈ ਦਾ, ਟਰਾਲੀਆਂ ਦੇ ਵਿੱਚੋਂ ਕਣਕ ਲਾਉਣ ਦਾ, ਉਹਨਾਂ ਦੀ ਸਾਫ਼ ਸਫਾਈ ਦਾ, ਉਹ ਸਾਰਾ ਜਿਹੜਾ ਖਰਚਾ ਹੈ ਉਹ ਕਿਸਾਨ ਤੋਂ ਸਿੱਧਾ ਕੈਸ਼ ਜਿਹੜਾ ਹੈ ਉਹ ਆੜ੍ਹਤੀਆ ਲਵੇਗਾ। ਤੇ ਸਰਕਾਰ ਜਿਹੜੀ ਆ 1975 ਰੁਪਏ ਸਰਕਾਰੀ ਰੇਟ ਤੇ ਪੂਰੀ ਦੀ ਪੂਰੀ ਪੇਮੈਂਟ ਕਿਸਾਨ ਦੇ ਖਾਤੇ ਵਿੱਚ ਪਾਵੇਗੀ। ਸੋ ਇਹ ਕਈ ਕਿਸਮ ਦੀਆਂ ਘੁੰਡੀਆਂ ਨੇ। ਜਿਵੇਂ ਆੜ੍ਹਤੀਆਂ ਨੂੰ ਮਾਈਨਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਅਜੇ ਹੋਣਾ ਨਹੀਂ, ਪਰ ਇਸ ਵਾਰੀ ਲੋਕੀ ਖੱਜਲ ਖੁਆਰ ਜ਼ਰੂਰ ਹੋਣਗੇ, ਕਿਸਾਨ ਖੱਜਲ ਖੁਆਰ ਹੋਣਗੇ, ਇਹ ਤੈਅ ਹੈ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਪੰਜਾਬ ਸਰਕਾਰ ਦੀ ਜਿਹੜੀ ਨਵੀਂ ਵਿਵਸਥਾ ਕਣਕ ਨੂੰ ਖਰੀਦਣ ਨੂੰ ਲੈ ਕੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਵਿਵਸਥਾ ਤਾਂ ਕੇਂਦਰ ਸਰਕਾਰ ਦੀ ਹੈ। ਇਹਨਾਂ ਨੇ ਤਾਂ ਵਿੱਚ ਟਪਾਰ ਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਆੜ੍ਹਤੀਆਂ ਨੂੰ ਵੀ, ਜਿੱਦਾਂ ਤੁਸੀਂ ਪਹਿਲਾਂ ਦੱਸੀ ਗੱਲ ਸ਼ੁਰੂ ਦੇ ਵਿੱਚ ਕਿ ਆੜ੍ਹਤੀਆਂ ਨੂੰ ਵੀ ਅਸੀਂ ਖੁਸ਼ ਕਰ ਲਈਏ ਜੀ। ਮੈਨੂੰ ਨਹੀਂ ਪਤਾ ਕੇਂਦਰ ਸਰਕਾਰ ਦੇ ਇਸ ਵਿਵਸਥਾ ਨੂੰ ਲਾਗੂ ਕਰਨ ਦੇ ਮਨਸੂਬੇ ਕੀ ਨੇ, ਪਰ ਇਸ ਵਿਵਸਥਾ ਦੇ ਵਿੱਚ ਜਿੱਦਾਂ ਕੁਲਦੀਪ ਜੀ ਨੇ ਦੱਸਿਆ ਵੀ ਕਿਸਾਨ ਜ਼ਰੂਰ ਪਰੇਸ਼ਾਨ ਹੋਣਗੇ ਤੇ ਇਹਨਾਂ ਕਿਸਾਨਾਂ ਦੀ ਪਰੇਸ਼ਾਨੀ ਲਈ ਦੋਨਵੇਂ ਧਿਰਾਂ ਜਿਹੜੀਆਂ ਆ ਉਹ ਬਰਾਬਰ ਰੂਪ ਦੇ ਵਿੱਚ ਜ਼ਿੰਮੇਵਾਰ ਹੋਣਗੀਆਂ, ਪੰਜਾਬ ਸਰਕਾਰ ਵੀ ਤੇ ਕੇਂਦਰ ਸਰਕਾਰ ਵੀ। ਤੁਸੀਂ ਹੈਰਾਨੀ ਦੀ ਹੱਦ ਦੇਖੋ ਕਿ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਆ ਬਹੁਤੀਆਂ ਸਟੇਟਾਂ 'ਚ। ਪੰਜਾਬ 'ਚ 10 ਤਰੀਕ ਨੂੰ ਹੋਈ ਆ। ਰਾਤੀ 10 ਵਜੇ ਪਿਊਸ਼ ਗੋਇਲ ਜੀ ਇੱਕ ਟਵੀਟ ਕਰਦੇ ਆ ਕਿ ਅਸੀਂ ਕਿਸਾਨਾਂ ਨੂੰ ਖੱਜਲ ਨਹੀਂ ਹੋਣ ਦੇਵਾਂਗੇ। ਜਿਹੜੇ ਲੋਕ ਠੇਕੇ ਤੇ ਲੈ ਕੇ ਵੀ ਜ਼ਮੀਨ ਦੀ ਵਾਹੀ ਕਰਦੇ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਸਿੱਧੀ ਅਦਾਇਗੀ ਹੋ ਜਾਏਗੀ ਜੀ। ਫਿਰ ਇਹ ਸਿੱਧੀ ਅਦਾਇਗੀ ਵਾਲਾ ਮਸਲਾ ਹੈ ਕੀ? ਪਹਿਲਾਂ ਵੀ ਤੇ ਉਹੀ ਪੈਸੇ ਆਉਂਦੇ ਆ, ਸਰਕਾਰ ਨੂੰ ਦੇ ਦਿੰਦੇ ਆ, ਸਰਕਾਰ ਆੜ੍ਹਤੀਆਂ ਨੂੰ ਦੇ ਦਿੰਦੀ ਆ ਤੇ ਆੜ੍ਹਤੀਆਂ ਦੇ ਕੋਲ ਕਿਉਂਕਿ ਉਹ ਲਿਸਟ ਆ ਵੀ ਕਿਹਦੇ ਕੋਲੋਂ ਕਿੰਨੇ ਕਣਕ ਲਈ ਆ ਤੇ ਉਹਨੂੰ ਉਹਨੇ ਪੈਸੇ ਦੇ ਦਿੰਦੇ ਆ। ਜਾਂ ਤੇ ਤੁਸੀਂ ਕੁਝ ਨਵਾਂ ਕੀਤਾ ਹੋਵੇ ਜਾਂ ਤੇ ਤੁਸੀਂ ਆੜ੍ਹਤੀਆਂ ਨੂੰ ਉਸ ਸਿਸਟਮ ਦੇ ਵਿੱਚੋਂ ਬਾਹਰ ਕੱਢਿਆ ਹੋਵੇ। ਜੇ ਤੁਸੀਂ ਆੜ੍ਹਤੀਆਂ ਨੂੰ ਸਿਸਟਮ ਚੋਂ ਬਾਹਰ ਕੱਢਣਾ ਚਾਹੁੰਦੇ ਆ, ਫਿਰ ਕੀ ਤੁਹਾਡੇ ਕੋਲ ਮੰਡੀ ਬੋਰਡ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਜਾਂ ਟੈਂਪਰੇਰੀ ਮੁਲਾਜ਼ਮਾਂ ਦੀ ਜਾਂ ਠੇਕੇ ਤੇ ਭਰਤੀ ਕੀਤੇ ਮੁਲਾਜ਼ਮਾਂ ਦੀ ਇੰਨੀ ਫੌਜ ਹੈ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਚਲਾ ਸਕਦੇ ਹੋ? ਬਿਲਕੁਲ। ਜਿਹੜੀ ਲੇਬਰ ਦਾ ਪ੍ਰਬੰਧ ਕਰਦੇ ਨੇ ਉਹ ਆੜ੍ਹਤੀਏ ਕਰਦੇ ਨੇ। ਜਿਹੜੀ ਮੰਡੀ ਦੇ ਵਿੱਚ ਮਹੀਨਾ ਜਾਂ 1.5 ਮਹੀਨਾ ਜਿੰਨੀ ਦੇਰ ਵੀ ਖਰੀਦ ਚੱਲਣੀ ਆ, ਉੱਥੇ ਜਿਹੜੀ ਲੇਬਰ ਦਾ ਪ੍ਰਬੰਧ ਹੈ ਉਹ ਆੜ੍ਹਤੀਏ ਆਪਣੇ ਲੈਵਲ ਤੇ ਕਰਦੇ ਨੇ। ਉਹਨਾਂ ਕੋਲ ਉਹ ਪੱਕੀ ਲੇਬਰ ਹੁੰਦੀ ਆ ਜੀ। ਜੇ ਅੱਜ ਆੜ੍ਹਤੀਏ ਇਸ ਸਿਸਟਮ ਦੇ ਵਿੱਚੋਂ ਬਾਹਰ ਹੋ ਜਾਂਦੇ ਤਾਂ ਸਰਕਾਰ ਦੇ ਕੋਲ ਕੀ ਕੋਈ ਅਲਟਰਨੇਟ ਪ੍ਰਬੰਧ ਹਨ? ਜਿੱਦਾਂ ਕੁਲਦੀਪ ਜੀ ਨੇ ਦੱਸਿਆ, ਸ਼ੋਰਟ ਇਹ ਗੱਲ ਬਿਲਕੁਲ ਦਰੁਸਤ ਆ ਕਿ ਕਿਸਾਨ ਇਸ ਗੱਲ ਦੇ ਵਿੱਚ ਪਰੇਸ਼ਾਨ ਹੋਣਗੇ ਔਰ ਇਸ ਪਰੇਸ਼ਾਨੀ ਦੇ ਵਿੱਚ ਜਿਹੜੀਆਂ ਦੋਨੋਂ ਧਿਰਾਂ ਆ ਉਹ ਸ਼ਾਮਲ ਨੇ। ਪੰਜਾਬ ਸਰਕਾਰ ਦਾ ਵੀ ਉਹਦੇ 'ਚ ਓਨਾ ਹੀ ਕਸੂਰ ਆ। ਜੇ 2 ਸਾਲ ਤੋਂ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਇਸ ਸਿਸਟਮ ਨੂੰ ਬਣਾਓ ਤੇ ਕਿਉਂ ਨਹੀਂ ਤੁਸੀਂ ਇਹਨੂੰ ਪਹਿਲਾਂ ਬਣਾਇਆ? ਇੱਕ ਪੋਰਟਲ ਹੀ ਬਣਾਉਣਾ ਸੀ। ਜੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਜਾਣਕਾਰੀ ਲੈਣੀ ਸੀ ਤਾਂ ਤੁਸੀਂ ਝੋਨੇ ਦੀ ਖਰੀਦ ਤੋਂ ਬਾਅਦ ਜੋ ਤੁਸੀਂ ਕੰਮ ਨੂੰ ਬੰਦ ਕੀਤਾ ਸੀ 6 ਮਹੀਨੇ ਪਹਿਲਾਂ ਕਹਿ ਦਿੰਦੇ ਕਿ ਮਹੀਨੇ ਦੇ ਅੰਦਰ ਸਾਰੇ ਜਿਹੜੇ ਆ ਵੇਰਵੇ ਦਰਜ ਕਰਾਉਣ ਆਪਣੇ ਮਹਿਕਮੇ ਮਾਲ ਨੂੰ ਜਾਂ ਕਿਸੇ ਵੀ ਹੋਰ ਮੁਲਾਜ਼ਮਾਂ ਨੂੰ ਲੈ ਕੇ ਉਸ ਚੀਜ਼ਾਂ ਦਾ ਜਿਹੜਾ ਕੰਮ ਕਰ ਰਿਹਾ ਉਹਨੂੰ ਸਿਸਟਮ ਨੂੰ ਵਿਵਸਥਿਤ ਕੀਤਾ ਜਾਂਦਾ। ਬਿਲਕੁਲ। ਦੂਜੀ ਗੱਲ, ਹਾਲੇ ਸਿਰਫ 3 ਦਿਨ ਹੋਏ ਨੇ ਤੇ ਜਿਹੜੀ ਕਣਕ ਦੀ ਖਰੀਦ ਆ ਉਹ ਪਹਿਲੇ ਦਿਨ ਸਿਰਫ 2600 ਮੀਟ੍ਰਿਕ ਟਨ ਹੋਈ ਸੀ, ਦੂਜੇ ਦਿਨ ਉਹ 76000 ਮੀਟ੍ਰਿਕ ਟਨ ਹੋਈ ਹੈ ਤੇ ਤੀਜੇ ਦਿਨ ਉਹ 1,78,000 ਮੀਟ੍ਰਿਕ ਟਨ ਜਿਹੜੀ ਫਸਲ ਆ ਉਹ ਮੰਡੀਆਂ 'ਚ ਆ ਚੁੱਕੀ ਹੈ। ਸੋ ਇਹ ਜਿਹੜੀ ਗਰੋਥ ਆ ਉਹ ਦੱਸਦੀ ਆ ਕਿ ਫਸਲ ਬਿਲਕੁਲ ਤਿਆਰ ਆ ਤੇ ਬਹੁਤ ਤੇਜ਼ ਸਪੀਡ ਦੇ ਨਾਲ ਮਾਰਕੀਟ ਦੇ ਵਿੱਚ ਜਿਹੜੀ ਫਸਲ ਹੈ ਉਹ ਆ ਰਹੀ ਹੈ ਤੇ ਵਿਕ ਰਹੀ ਹੈ। ਇਹ 48 ਘੰਟੇ ਵਾਲੇ ਦਾਅਵੇ ਜਿਹੜੇ ਆ ਇਹ ਹਰ ਸਾਲ ਕਰਦੇ ਨੇ, ਪਰ ਉਹ ਪੂਰੇ ਕਿੰਨੇ ਹੁੰਦੇ ਨੇ? ਉਹ ਜਿਹੜਾ ਤੁਸੀਂ ਪੇ ਨਾਓ ਵਾਲਾ ਬਟਨ ਦੱਸਿਆ ਆ ਉਹ ਵਿੱਚ ਉਹਦੇ 'ਚ ਰੋਲ ਘਚੋਲਾ ਜ਼ਰੂਰ ਰਹੇਗਾ, ਲੰਬਾ ਸਮਾਂ ਜ਼ਰੂਰ ਲੱਗੇਗਾ ਜੀ। ਦੂਸਰੀ ਗੱਲ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਕੁਝ ਸਰਕਾਰੀ ਏਜੰਸੀਆਂ ਜਿਹੜੀ ਖਰੀਦ ਕਰਦੀਆਂ ਨੇ, ਜਿਹੜੀ ਕੇਂਦਰ ਦੀ ਸਰਕਾਰੀ ਏਜੰਸੀ ਆ FCI, ਉਹਦੇ ਜਿੰਮੇ 20 ਤੋਂ 22% ਪੰਜਾਬ ਦੀ ਕੁੱਲ ਕਣਕ ਦੀ ਖਰੀਦ ਕਰਨੀ ਆ। ਹੁਣ ਤੱਕ 2-2.5 ਲੱਖ ਮੀਟ੍ਰਿਕ ਟਨ ਕਣਕ ਜਿਹੜੀ ਉਹ ਆ ਚੁੱਕੀ ਆ ਤੇ FCI ਦੀ ਜਿਹੜੀ ਖਰੀਦ ਆ ਉਹ ਸਿਰਫ 600 ਮੀਟ੍ਰਿਕ ਟਨ ਹੈ ਜੀ। ਬਿਲਕੁਲ 600 ਮੀਟ੍ਰਿਕ ਟਨ ਸਿਰਫ। ਤੇ ਇਸ ਚੀਜ਼ ਤੋਂ ਅੰਦਾਜ਼ਾ ਲੱਗਦਾ ਹੈ ਕਿ ਕੇਂਦਰ ਸਰਕਾਰ ਦਾ ਜਿਹੜਾ
ਸਿਸਟਮ ਆ ਜਾਂ ਕੇਂਦਰ ਸਰਕਾਰ ਦਾ ਜਿਹੜਾ ਇਰਾਦਾ ਆ ਉਹ ਸਿਰਫ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਆ, ਉਹ ਅੰਦੋਲਨ ਵਾਲੀ ਗੱਲ ਦਾ ਗੁੱਸਾ ਵੀ ਹੋ ਸਕਦਾ। ਤੇ ਪੰਜਾਬ ਸਰਕਾਰ ਇਸ ਸਿਸਟਮ ਨੂੰ ਬਣਾਉਣ ਦੇ ਵਿੱਚ ਨਾਕਾਮਯਾਬ ਰਹੀ ਆ। ਆਖਰੀ ਮੀਟਿੰਗ ਦੇ ਵਿੱਚ 7-8 ਤਰੀਕ ਨੂੰ ਵੀ ਤੁਸੀਂ ਉਹਨਾਂ ਦੀ ਗੱਲ ਮੰਨੀ ਆ, ਤੇ ਇਹ ਗੱਲ 2 ਮਹੀਨੇ ਪਹਿਲਾਂ ਵੀ ਤੁਸੀਂ ਹੱਲ ਕਰ ਸਕਦੇ ਸੀ ਇਸ ਮਸਲੇ ਨੂੰ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ। ਵੋਟਾਂ ਦੀ ਤਿਆਰੀ ਤੁਸੀਂ 10 ਮਹੀਨੇ ਪਹਿਲਾਂ ਆਰੰਭਦੀ ਆ, ਤੇ ਫਸਲ ਦਾ ਤੁਹਾਨੂੰ ਇੰਨਾ ਵੀ ਫਿਕਰ ਨਹੀਂ। ਬਿਲਕੁਲ ਕੁਲਦੀਪ ਜੀ, ਇਹ ਜਿਹੜੀ ਵਿਵਸਥਾ ਹੈ ਇਹਨੂੰ ਲੈ ਕੇ ਕਿਤੇ ਭੰਬਲ ਭੂਸੇ ਵਾਲੀ ਗੱਲ ਹੀ ਨਾ ਹੋ ਜੇ। ਇਸ ਦੇ ਵਿੱਚ ਕਈ ਚੀਜ਼ਾਂ ਤੇ ਭੰਬਲ ਭੂਸਾ ਬਣਿਆ। ਇਹ ਮੁਲਕ ਇਹੋ ਜਿਹਾ ਕਿ ਇੱਥੇ ਭੰਬਲ ਭੂਸਾ ਕਈ ਸਾਲ ਚੱਲ ਜਾਂਦਾ, ਕਈ ਦਹਾਕੇ ਨਿਕਲ ਜਾਂਦੇ ਨੇ, ਉਹ ਭੰਬਲ ਭੂਸਾ ਕਲੀਅਰ ਨਹੀਂ ਹੁੰਦਾ। ਇੱਕ ਮੈਂ ਉਦਾਹਰਨ ਦਿੰਦਾ, ਕਈ ਸਾਲ ਪਹਿਲਾਂ ਗੱਡੀਆਂ ਦੇ ਉੱਪਰ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਲੋਕਾਂ ਕੋਲੋਂ ਪੈਸੇ ਲੈ ਗਏ, ਲੋਕ ਖੱਜਲ ਹੋਏ, ਖੁਆਰ ਹੋਏ। ਉਹ ਇੱਕ ਅਣਘੜਤ ਤਰੀਕੇ ਨਾਲ ਔਰ ਇੱਕ ਬੇਤਰਤੀਬੇ ਸਿਸਟਮ ਦੇ ਨਾਲ ਉਹ ਪਲੇਟਾਂ ਲਾਉਣ ਦਾ ਸਿਸਟਮ ਸ਼ੁਰੂ ਕੀਤਾ ਗਿਆ। ਉਹ ਹਾਈ ਸਿਕਿਉਰਿਟੀ ਪਲੇਟਾਂ ਦੇ ਬਾਰੇ ਘਪਲੇ ਦਾ ਰੌਲਾ ਪੈ ਗਿਆ ਕਿ ਘਪਲਾ ਹੋਇਆ ਕੋਈ ਨਾ ਕੋਈ, ਤੇ ਫਿਰ ਉਹਨੂੰ ਬੰਦ ਕਰ ਦਿਓ। ਫਿਰ ਉਹ ਘਪਲਾ ਪਤਾ ਨਹੀਂ ਕੀ ਸੀ, ਤੇ ਉਹਦੀ ਕੋਈ ਟਰਾਂਸਪੇਰੈਂਸੀ ਜਾਂ ਪਾਰਦਰਸ਼ਤਾ ਦੇ ਵਿੱਚ ਕੋਈ ਰਿਪੋਰਟ ਨਿਕਲ ਕੇ ਸਾਹਮਣੇ ਨਹੀਂ ਆਈ। ਫਿਰ ਦੁਬਾਰਾ ਸ਼ੁਰੂ ਕਰ ਦਿੱਤਾ ਉਸੇ ਸਿਸਟਮ ਨਾਲ। ਕਦੇ ਕੁਛ ਕੋਈ ਇੱਕ ਸਿਸਟਮ ਅਪਣਾ ਨਹੀਂ ਸਕੇ। ਇਹ ਖੇਤੀਬਾੜੀ ਵਾਲਾ ਸਿਸਟਮ ਹੈ। ਜਿਵੇਂ ਅੰਮ੍ਰਿਤ ਜੀ ਨੇ ਦੱਸਿਆ ਕਿ ਤੁਹਾਨੂੰ ਹੁਣ ਚੇਤਾ ਆਇਆ ਜਦੋਂ ਕਣਕ ਦੀ ਫਸਲ ਸਿਰ ਤੇ ਆ ਗਈ ਹੈ। ਤੁਹਾਨੂੰ ਪਹਿਲਾਂ ਜਦੋਂ ਬਿਜਾਈ ਹੋਈ ਸੀ, ਮੈਂ ਤੁਹਾਨੂੰ ਗੰਨੇ ਦੀ ਫਸਲ ਦੀ ਉਦਾਹਰਨ ਦਿੰਦਾ। ਜੇ ਗੰਨੇ ਦੀ ਫਸਲ ਦਾ ਸਿਸਟਮ ਬਣਿਆ ਹੋਇਆ ਪੰਜਾਬ ਵਿੱਚ, ਘੱਟੋ ਘੱਟ ਇਹ ਸਿਸਟਮ ਹੈ ਕਿ ਜਿੱਥੇ ਜਦੋਂ ਬਿਜਾਈ ਹੁੰਦੀ ਹੈ, ਪ੍ਰਾਈਵੇਟ ਮਿੱਲਾਂ ਨੇ ਜਾਂ ਸਰਕਾਰੀ ਮਿੱਲਾਂ ਨੇ ਆਪਣੇ ਸਰਵੇਅਰ ਰੱਖੇ ਹੋਏ ਨੇ। ਉਹ ਸਰਵੇਅਰ ਪਿੰਡਾਂ ਵਿੱਚ ਜਾ ਕੇ ਹਰ ਪਿੰਡ ਦੇ ਹਿਸਾਬ ਨਾਲ ਰਕਬੇ ਦੀ ਮਿਣਤੀ ਕਰਕੇ ਲਿਖਦੇ ਨੇ ਕਿ ਫਲਾਂ ਜ਼ਿਮੀਂਦਾਰ ਨੇ ਇੰਨਾ ਰਕਬਾ ਬੀਜਿਆ ਹੋਇਆ। ਫਿਰ ਪਰਚੀ ਸਿਸਟਮ ਜਿਹੜਾ, ਪਰਚੀ ਬਣਾ ਕੇ, ਕੈਲੰਡਰ ਬਣਾ ਕੇ ਪਰਚੀਆਂ ਜਾਰੀ ਕੀਤੀਆਂ ਜਾਂਦੀਆਂ ਨੇ ਮਿੱਲਾਂ ਦੇ ਵਿੱਚ। ਭੁਪਿੰਦਰ ਸਿੰਘ ਮਾਨ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ, ਉਹਦੇ ਮੈਂਬਰ ਸੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ। ਇਹ ਪਰਚੀ ਸਿਸਟਮ ਉਹਨਾਂ ਦੀ ਦੇਣਾ ਦੱਸਿਆ ਜਾਂਦਾ ਕਿ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਇਸ ਮੁੱਦੇ ਤੇ। ਜਦੋਂ ਉਹ ਆਗੂ ਸਨ ਕਿਸਾਨ ਯੂਨੀਅਨ ਦੇ, ਸਰਕਾਰ ਦੇ ਨਾਲ ਰਲ ਕੇ ਉਹਨਾਂ ਨੇ ਇਹ ਪਰਚੀ ਸਿਸਟਮ ਬਣਾਇਆ ਹੋਇਆ ਸੀ ਜੋ ਅੱਜ ਤੱਕ ਚੱਲ ਰਿਹਾ। ਕਣਕ ਦਾ ਨਹੀਂ ਇਹੋ ਜਿਹਾ ਹੋ ਸਕਦਾ ਸੀ। ਕਣਕ ਦੀ ਬਿਜਾਈ ਤੇ 6 ਮਹੀਨੇ ਪਹਿਲਾਂ ਹੋਈ ਸੀ। ਅਕਤੂਬਰ, ਨਵੰਬਰ, ਦਸੰਬਰ ਕਣਕ ਦੀ ਬਿਜਾਈ ਹੁੰਦੀ ਹੈ। ਤੁਸੀਂ ਉਦੋਂ ਸਿਸਟਮ ਕਿਉਂ ਨਾ ਬਣਾਇਆ? ਤੇ ਅੱਜ ਜਦੋਂ ਕਿਸਾਨਾਂ ਦੀ ਫਸਲ ਪੱਕ ਕੇ ਤਿਆਰ ਹੈ ਤੇ ਕਿਸਾਨ ਖੱਜਲ ਖੁਆਰ ਹੁੰਦੇ ਫਿਰਦੇ ਨੇ, ਇੰਟਰਨੈਟ ਕੈਫੇ ਤੇ ਹੋਰ ਦੁਕਾਨਾਂ ਤੇ, ਉਹਨਾਂ ਕੋਲ ਸਮਾਰਟਫੋਨ ਵੀ ਨਹੀਂ ਹੈ, ਕੱਲ੍ਹ ਨੂੰ ਇਹਨਾਂ ਦੀ ਵੈਬਸਾਈਟ ਵੀ ਹੈਂਗ ਹੋ ਜਾਣੀ। ਤੁਸੀਂ ਇਹ ਵੀ ਦੇਖ ਲਿਓ। ਔਰ ਇਹੋ ਜਿਹਾ ਸਿਸਟਮ ਬਣਾਉਣ ਤੋਂ ਪਹਿਲਾਂ ਇਹਨਾਂ ਨੂੰ 100 ਵਾਰ ਸੋਚਣ ਦੀ ਲੋੜ ਸੀ, ਜੋ ਕਿ ਨਹੀਂ ਸੋਚਿਆ ਜਾ ਰਿਹਾ। ਹੁਣ ਮੈਂ ਗੱਲ ਇੱਕ ਜਿਹੜਾ ਭੰਬਲ ਭੂਸਾ ਇੱਕ ਹੋਰ ਪੈਣਾ ਹੈ, ਉਹ ਪੈਣਾ ਹੈ ਜ਼ਮੀਨਾਂ ਦੀ ਆਪਣੀ ਮਾਲਕੀ ਤੇ ਜ਼ਮੀਨਾਂ ਠੇਕੇ ਤੇ ਜਾਂ ਲੀਜ਼ ਤੇ। ਜਿਵੇਂ ਪੰਜਾਬ ਦੇ ਜਾਂ ਹਰਿਆਣੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰੇਟ ਬਹੁਤ ਵੱਖ-ਵੱਖ ਨੇ। ਜੇ ਕਿਤੇ 70-75 ਹਜ਼ਾਰ ਨੂੰ ਵੀ ਕਿੱਲਾ ਜਿਹੜਾ ਹੈ ਮਾਮਲੇ ਤੇ ਜਾਂ ਠੇਕੇ ਤੇ ਚੜਿਆ ਹੋਇਆ, ਕਈ ਜਗ੍ਹਾ ਤੇ 40-45 ਘਟਦਾ 15-16 ਹਜ਼ਾਰ ਤੱਕ ਵੀ ਪੰਜਾਬ ਦੇ ਵਿੱਚ ਵੱਖੋ-ਵੱਖ ਰੇਟ ਹਨ। ਇਹਨਾਂ ਵਿੱਚੋਂ ਬਹੁਤੀਆਂ ਜ਼ਮੀਨਾਂ ਉਹਨਾਂ ਲੋਕਾਂ ਦੀਆਂ ਨੇ ਜੋ ਨੌਕਰੀਸ਼ੁਦਾ ਨੇ ਪਰ ਜ਼ਮੀਨਾਂ ਦੇ ਮਾਲਕ ਨੇ, ਜਾਂ ਸ਼ਹਿਰਾਂ ਵਿੱਚ ਰਹਿੰਦੇ ਨੇ, ਜਾਂ ਹੋਰ ਕੋਈ ਕਾਰੋਬਾਰ ਕਰਦੇ ਨੇ। ਤੇ ਉਹ ਲੋਕ ਨੇ ਜਿਹੜੇ ਬਾਹਰ ਬੈਠੇ ਹੋਏ ਨੇ, NRIਆਂ ਦੀਆਂ ਜ਼ਮੀਨਾਂ ਤੇ ਉਹਨਾਂ ਦੇ ਉੱਪਰ ਕਿਵੇਂ ਕੌਣ ਖੇਤੀ ਕਰਦਾ, ਇਹ ਸਾਰਾ ਵੇਰਵਾ ਹੁਣ ਦੇਣਾ ਪਏਗਾ। ਕਿ ਜਦੋਂ ਉਹ ਵੇਰਵਾ ਦਿੱਤਾ ਜਾਵੇਗਾ ਤੇ ਕਿੰਨੇ ਨੂੰ ਲੀਜ਼ ਠੇਕੇ ਤੇ ਜ਼ਮੀਨ ਲਈ ਹੋਈ ਹੈ, ਤੇ ਉਹ ਫਿਰ ਕੀ ਉਹਨਾਂ ਤੋਂ ਟੈਕਸ ਵੀ ਵਸੂਲਿਆ ਜਾਵੇਗਾ? ਇਹ ਸਾਰੀਆਂ ਗੱਲਾਂ ਦੇ ਸਵਾਲ ਖੜੇ ਹੁੰਦੇ ਨੇ। ਜੇ ਉਹ ਕਹਿ ਦਿੰਦੇ ਨੇ ਕਿ ਖੁਦ ਕਾਸ਼ਤ ਹਾਂ, ਭਾਵ ਅਸੀਂ ਖੁਦ ਖੇਤੀ ਕਰ ਰਹੇ ਹਾਂ, ਜਿਵੇਂ ਕਿ ਫਰਦਾਂ ਦੇ ਉੱਪਰ ਆਮ ਤੌਰ 'ਤੇ ਲਿਖਿਆ ਜਾਂਦਾ ਹੈ। ਜੇ ਉਹ ਖੁਦ ਕਾਸ਼ਤ ਨੇ ਤੇ ਫਿਰ ਉਹਨਾਂ ਦੇ ਖਾਤਿਆਂ ਵਿੱਚ ਪੇਮੈਂਟ ਜਾਵੇਗੀ, ਬਾਹਰ ਬੈਠਿਆਂ ਦੇ ਖਾਤਿਆਂ ਵਿੱਚ ਜਾਵੇਗੀ। ਅੱਧੇ NRIਆਂ ਦੇ ਤਾਂ ਖਾਤੇ ਵੀ ਜਿਹੜੇ ਨੇ ਬੰਦ ਹੋ ਚੁੱਕੇ ਨੇ। ਉਹਨਾਂ ਵਿੱਚ ਕਿੰਨੀਆਂ ਰਕਮਾਂ ਫਸੀਆਂ ਹੋਈਆਂ ਨੇ, ਤੇ ਵਿਚਾਰੇ ਕਿ ਬਜ਼ੁਰਗ ਨੇ, ਆਉਣ ਤੋਂ ਅਸਮਰੱਥ ਨੇ, ਜਿਹੜੇ ਖਾਤਿਆਂ 'ਚੋਂ ਪੈਸੇ ਨਹੀਂ ਕਢਵਾ ਸਕਦੇ। ਨੋਮੀਨੀ ਵੀ ਕੋਈ ਨਹੀਂ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ। ਇਹੋ ਜਿਹੀਆਂ ਹਜ਼ਾਰਾਂ ਕੇਸ ਨੇ ਪੰਜਾਬੀਆਂ ਦੇ ਖਾਸ ਤੌਰ ਤੇ। ਸੋ ਭੰਬਲ ਭੂਸੇ ਵਾਲੀ ਸਥਿਤੀ ਆਉਣ ਵਾਲੇ ਸਾਲਾਂ ਤੱਕ ਬਣੀ ਰਹੇਗੀ ਤੇ ਹੋਰ ਵਧੇਗੀ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਕੁਲਦੀਪ ਜੀ, ਲੱਖੇ ਸਿਧਾਣੇ ਦੇ ਭਰਾ ਨੂੰ ਚੁੱਕ ਕੇ ਤਸ਼ੱਦਦ ਕਰਨ ਵਾਲੀ ਦਿੱਲੀ ਪੁਲਿਸ ਹੁਣ ਕੀ ਕਹਿ ਰਹੀ ਹੈ? ਲੱਖੇ ਸਿਧਾਣੇ ਦਾ ਸਕਾ ਭਰਾ ਨਹੀਂ ਹੈ, ਚਚੇਰਾ ਭਾਈ ਹੈ ਗੁਰਦੀਪ ਸਿੰਘ ਉਰਫ ਮੁੰਡੀ। ਲੱਖੇ ਸਿਧਾਣੇ ਦਾ ਇਹ ਭਰਾ ਆ ਕੇ ਜੋ ਮੀਡੀਆ ਖਬਰਾਂ ਦੇ ਵਿੱਚ ਆਇਆ ਪਿਛਲੇ ਕੁਝ ਦਿਨਾਂ ਤੋਂ, ਇਸ ਬਾਰੇ ਕੁਝ ਗੱਲਾਂ ਤੱਥ ਜਿਹੜੇ ਨੇ ਉਹ ਅਜੇ ਤੱਕ ਕਲੀਅਰ ਨਹੀਂ। ਉਸ ਦਾ ਇਹ ਕਹਿਣਾ ਹੈ ਕਿ ਮੈਨੂੰ ਗ੍ਰਿਫਤਾਰ ਕਰਕੇ ਕਾਲਜ ਦੇ ਬਾਹਰੋਂ ਜਿੱਥੇ ਐਗਜ਼ਾਮ ਦੇਣ ਗਿਆ ਹੋਇਆ ਸੀ, ਤੇ ਅੰਬਾਲੇ ਲਿਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਫਿਰ ਬੱਸ ਵਿੱਚ ਚੜਾ ਕੇ ਵਾਪਸ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਇਸ ਵੇਲੇ ਬਠਿੰਡੇ ਦੇ ਇੱਕ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ। ਇਲਾਜ ਕਿਹੜੀ ਗੱਲ ਦਾ ਚੱਲ ਰਿਹਾ, ਇਸ ਗੱਲ ਦੀ ਵੀ ਕੋਈ ਕਲੈਰਿਟੀ ਨਹੀਂ ਹੈ। ਜਾਂ ਉਸ ਨੂੰ ਮਾਰਿਆ ਕੁੱਟਿਆ ਇੰਨਾ ਗਿਆ, ਜਾਂ ਸਟ੍ਰੈਸ ਹੈ ਕੋਈ, ਜਾਂ ਕੋਈ ਸਰੀਰ ਦੇ ਕਿਸੇ ਅੰਗ ਤੇ ਸੱਟਾਂ ਫੇਟਾਂ ਨੇ, ਚੋਟਾਂ ਨੇ। ਪਰ ਦਿੱਲੀ ਪੁਲਿਸ, ਉਹਨਾਂ ਨੇ ਗੱਲ ਜਦੋਂ ਮੀਡੀਆ ਦੇ ਵਿੱਚ ਇਸ ਦਾ ਰੌਲਾ ਪਿਆ ਤਾਂ ਉਹਨਾਂ ਨੇ ਆਪਣੇ ਵੱਲੋਂ ਸਫਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਅਸੀਂ 160 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਤੇ 160 ਦੇ ਵਿੱਚੋਂ ਕਿਸੇ ਨੇ ਵੀ ਇਹ ਗੱਲ ਨਹੀਂ ਆਖੀ ਕਿ ਜਿਹੜਾ ਜਿੱਥੋਂ ਇਹ ਸਾਬਤ ਹੁੰਦਾ ਹੋਵੇ ਵੀ ਅਸੀਂ ਗ੍ਰਿਫਤਾਰ ਕੀਤੇ ਗਏ ਲੋਕਾਂ ਤੇ ਤਸ਼ੱਦਦ ਕੀਤਾ ਜਾਂ ਉਹਨਾਂ ਨੂੰ ਮਾਰਿਆ ਕੁੱਟਿਆ। ਪਰ ਇਹ ਗੱਲ ਪੂਰੀ ਤੱਥਾਂ ਤੇ ਆਧਾਰਿਤ ਨਹੀਂ ਹੈ। ਦਿੱਲੀ ਪੁਲਿਸ ਦੀ ਵੀ ਕਈ ਗੱਲਾਂ ਤੇ ਕਿਆਸ ਰਹੀਆਂ ਨੇ
ਜਿਨ੍ਹਾਂ ਬਾਰੇ ਕੁਝ ਵੀ ਕਹਿਣਾ ਅਜੇ ਸੰਭਵ ਨਹੀਂ। ਜੀ ਕਈ ਇਹੋ ਜਿਹੇ ਕੇਸ ਸਾਹਮਣੇ ਆਏ ਜਿੱਥੇ ਇਹ ਆਖਿਆ ਜਾ ਸਕਦਾ ਹੈ ਕਿ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਜੇਲ੍ਹਾਂ ਦੇ ਵਿੱਚ ਜਾਂ ਹਵਾਲਾਤਾਂ ਦੇ ਵਿੱਚ ਅਣਮਨੁੱਖੀ ਵਰਤਾਰਾ ਜਿਹੜਾ ਉਹ ਕੀਤਾ ਗਿਆ, ਪਰ ਉਸ ਗੱਲ ਬਾਰੇ ਪੱਕੇ ਸਬੂਤ ਨਹੀਂ। ਹੁਣ ਦਿੱਲੀ ਪੁਲਿਸ ਨੇ ਇਹ ਕਿਹਾ, ਪਰ ਪੰਜਾਬ ਸਰਕਾਰ ਦੇ ਰਵੱਈਏ ਤੇ ਜਿਹੜੇ ਹਨ, ਪੰਜਾਬ ਸਰਕਾਰ ਦੀ ਚੁੱਪ ਹੈ, ਇਸ ਤੇ ਸਵਾਲ ਜ਼ਰੂਰ ਉੱਠਦੇ ਨੇ। ਲੱਖਾ ਵੀ ਉਠਾ ਰਿਹਾ, ਨਵਜੋਤ ਸਿੱਧੂ ਨੇ ਵੀ ਉਠਾਏ ਨੇ। ਨਵਜੋਤ ਸਿੱਧੂ ਦੀ ਗੱਲ ਦਾ ਉਲੱਥਾ ਜਿਵੇਂ ਪੰਜਾਬੀ ਦੇ ਵਿੱਚ ਕਰਾਂ, ਜਿਹੜੇ ਉਹਨੇ ਲਫ਼ਜ਼ ਵਰਤੇ ਨੇ, ਉਸ ਦਾ ਅਰਥ ਇਹ ਨਿਕਲਦਾ ਕਿ ਪੰਜਾਬ ਵਿੱਚੋਂ ਕਿਸ ਦੀ ਸ਼ਹਿ ਤੇ ਕਿਸ ਦੀ ਇਰਾਦਤਨ ਸ਼ਹਿ ਦੇ ਉੱਪਰ ਜਿਹੜਾ ਹੈ ਉਹ ਇਸ ਮੁੰਡੇ ਨੂੰ ਚੁੱਕ ਕੇ ਤਾਂ ਇਸ ਤਰ੍ਹਾਂ ਦਾ ਪੁਲਿਸ ਨੇ ਜਿਹੜੀ ਉਸ ਦੀ ਮਾਰਕੁੱਟ ਕੀਤੀ ਹੈ। ਤੇ ਉਹਨਾਂ ਨੇ ਉਦਾਹਰਨ ਦਿੱਤੀ ਮਮਤਾ ਬੈਨਰਜੀ ਦੀ ਕਿ ਕਿਵੇਂ CBI ਦੇ ਅਧਿਕਾਰੀਆਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਉੱਥੇ ਗਏ ਹੋਏ ਸੀ ਬੰਗਾਲ ਦੇ ਵਿੱਚ। ਸੋ ਸਿੱਧੀ ਉਂਗਲੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਉਠਾਈ ਹੈ, ਪੰਜਾਬ ਸਰਕਾਰ ਤੇ ਉਠਾਈ ਹੈ, ਪਰ ਉਹਨਾਂ ਨੇ ਗੱਲ ਕਲੀਅਰ ਨਹੀਂ ਕੀਤੀ ਜਿਵੇਂ ਕਿ ਉਹ ਅਕਸਰ ਕਰਦੇ ਨੇ। ਸੋ ਉਹਨਾਂ ਦੀ ਗੱਲ ਨਾ ਕਰਕੇ ਹੁਣ ਬਾਕੀ ਲੋਕ ਇਸ ਲੜੀ ਦੇ ਵਿੱਚ ਕੀ ਕਹਿੰਦੇ ਨੇ। ਕਿਸਾਨ ਜਥੇਬੰਦੀਆਂ ਨੇ ਵੀ ਦਬਵੀਂ ਆਵਾਜ਼ ਦੇ ਵਿੱਚ ਗੱਲ ਕੀਤੀ ਹੈ, ਖੁੱਲ੍ਹ ਕੇ ਅਜੇ ਤੱਕ ਉਸ ਦੇ ਹੱਕ ਦੇ ਵਿੱਚ ਗੁਰਦੀਪ ਸਿੰਘ ਦੇ ਬਹੁਤ ਲੋਕ ਨਹੀਂ ਆਏ। ਲੱਖਾ ਸਿਧਾਣਾ ਭਾਵੇਂ ਬੋਲਿਆ, ਲੱਖਾ ਸਿਧਾਣਾ ਖੁਦ ਇੱਕ ਕਿਸਮ ਦਾ ਰੂਹ ਪੋਸ਼ ਹੈ। ਤੁਹਾਨੂੰ ਯਾਦ ਹੋਵੇਗਾ ਕਿ ਉਸ ਦੇ ਸਿਰ ਤੇ ਇਨਾਮ ਵੀ ਰੱਖਿਆ ਹੋਇਆ ਹੈ ਦਿੱਲੀ ਪੁਲਿਸ ਵੱਲੋਂ। ਤੇ ਲੱਖਾ ਸਿਧਾਣਾ ਪਿੰਡ ਆਪਣੇ ਮਹਿਰਾਜ ਦੇ ਵਿੱਚ ਵੀ ਰੈਲੀ ਕਰ ਚੁੱਕਾ ਹੈ, ਤੇ ਉੱਥੇ ਵੀ ਰੈਲੀਆਂ ਦਿੱਲੀ ਦੇ ਵਿੱਚੋਂ ਕਈ ਰੈਲੀਆਂ 'ਚ ਜਾ ਕੇ ਜਾਂ ਉੱਥੇ ਮੌਜੂਦਗੀ ਜਿਹੜੀ ਹੈ ਉਸ ਦੀ ਜ਼ਾਹਰ ਹੁੰਦੀ ਹੈ ਕਿ ਉੱਥੇ ਉਹ ਮੌਜੂਦ ਹੈ, ਤੇ ਮੀਡੀਆ ਤੇ ਲਾਈਵ ਵੀ ਉਹ ਅਕਸਰ ਹੁੰਦਾ ਰਹਿੰਦਾ। ਤੇ ਉਹਨੇ KMP ਹਾਈਵੇ ਜਦੋਂ ਜਾਮ ਕੀਤਾ, ਲੱਖੇ ਦਾ ਇਹ ਕਹਿਣਾ ਕਿ ਮੈਂ ਉੱਥੇ ਜਾ ਰਿਹਾ ਸੀ ਕਿਸਾਨਾਂ ਨੂੰ ਸਮਰਥਨ ਕਰਨ, ਤੇ ਮੈਨੂੰ ਰੋਕਣ ਲਈ ਸਰਕਾਰ ਨੇ ਆ ਸਭ ਕੁਝ ਕੀਤਾ, ਮੇਰੇ ਭਰਾ ਨੂੰ ਗ੍ਰਿਫਤਾਰ ਕੀਤਾ। ਹੋ ਸਕਦਾ ਜੀ, ਪਰ ਮੈਂ ਜਿਹੜੀ ਗੱਲ ਕਰ ਰਿਹਾ ਕਿ ਹੁਣ ਦਿੱਲੀ ਪੁਲਿਸ ਇਸ ਗੱਲ ਤੋਂ ਇਨਕਾਰ ਹੀ ਨਹੀਂ ਕਰਦੀ। ਦਿੱਲੀ ਪੁਲਿਸ ਇਹ ਤਾਂ ਕਹਿੰਦੀ ਨਹੀਂ ਕਿ ਅਸੀਂ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਉਸ ਤੋਂ ਪੁੱਛਗਿੱਛ ਕੀਤੀ ਹੈ, ਪੁੱਛਗਿੱਛ ਕਰਕੇ ਉਹਨੂੰ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਤੇਰੀ ਲੋੜ ਪਈ ਤੇ ਦੁਬਾਰਾ ਤੈਨੂੰ ਅਸੀਂ ਬੁਲਾਵਾਂਗੇ ਜਾਂਚ ਦੇ ਵਿੱਚ, ਫਿਰ ਤੇਰੇ ਤੋਂ ਪੁੱਛਗਿੱਛ ਕਰਾਂਗੇ। ਤੇ ਉਸ ਨੂੰ ਇਸ ਉਮੀਦ ਦੇ ਨਾਲ ਜਾਂ ਇਸ ਵਿਸ਼ਵਾਸ ਦੇ ਨਾਲ ਹਾਲ ਦੀ ਘੜੀ ਛੱਡ ਦਿੱਤਾ ਗਿਆ। ਗ੍ਰਿਫਤਾਰ ਉਸ ਨੂੰ ਜ਼ਰੂਰ ਕੀਤਾ ਗਿਆ, ਪੁੱਛਗਿੱਛ ਵੀ ਹੋਈ ਹੈ। ਸਵਾਲ ਸਿਰਫ ਜੋ ਗੈਰ ਮਨੁੱਖੀ ਰਵੱਈਆ ਹੈ ਜਿਸ ਦਾ ਇਲਜ਼ਾਮ ਦਿੱਲੀ ਪੁਲਿਸ ਤੇ ਲੱਗ ਰਿਹਾ ਹੈ, ਇਹ ਹੁਣ ਰਿਪੋਰਟ ਦੇ ਵਿੱਚੋਂ ਸਾਬਤ ਹੋ ਸਕਦਾ ਹੈ ਕਿ ਬਠਿੰਡੇ ਦੇ ਜਿਸ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਉੱਥੋਂ ਕੀ ਰਿਪੋਰਟ ਆਉਂਦੀ ਹੈ ਕਿ ਉਸ ਤੇ ਕਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਜਾਂ ਕਿਸ ਤਰ੍ਹਾਂ ਦਾ ਜ਼ੁਲਮ ਕੀਤਾ ਗਿਆ। ਜੇ ਉਹ ਰਿਪੋਰਟ ਆਉਂਦੀ ਹੈ ਫਿਰ ਤਾਂ ਸਾਨੂੰ ਕਲੀਅਰ ਹੋ ਜਾਵੇਗਾ, ਪਰ ਹਾਲ ਦੀ ਘੜੀ ਇਸ ਬਾਰੇ ਸਥਿਤੀ ਦਿੱਲੀ ਪੁਲਿਸ ਦੇ ਕਹਿਣ ਮੁਤਾਬਕ ਜਾਂ ਪੰਜਾਬ ਸਰਕਾਰ ਦੇ ਕੋਈ ਸੂਤਰਾਂ ਮੁਤਾਬਕ ਸਥਿਤੀ ਸਪਸ਼ਟ ਨਹੀਂ ਹੈ। ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਹੁਣ ਗੱਲ ਪੰਜਾਬ ਦੀ ਕਰ ਲਈਏ ਤੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਹੁਣ ਪ੍ਰਸ਼ਾਂਤ ਕਿਸ਼ੋਰ ਨੇ ਕਿਹੜੇ ਫੈਸਲੇ ਲੈ ਲਏ ਨੇ? ਦੇਖੋ ਜੀ, ਪ੍ਰਸ਼ਾਂਤ ਕਿਸ਼ੋਰ ਇੱਕ ਇਹੋ ਜਿਹਾ ਨਾਂ ਬਣ ਗਿਆ ਆ ਜਿਹਨੇ ਸਾਰੇ ਹਿੰਦੁਸਤਾਨ ਦੇ ਸਿਆਸਤਦਾਨਾਂ ਨੂੰ ਕਈ ਵਾਰ ਡਰਾਇਆ। ਇਹ ਬੰਦਾ UN ਦੇ ਵਿੱਚ ਕਦੇ ਰਿਸਰਚ ਕਰਦਾ ਸੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲੇ ਇੱਕ ਕੁਪੋਸ਼ਣ ਨਾਲ ਸੰਬੰਧਿਤ ਰਿਪੋਰਟ ਲੈ ਕੇ ਆਇਆ, ਤੇ ਉਸ ਰਿਪੋਰਟ ਦੇ ਵਿੱਚ ਭਾਰਤ ਦੇ ਬਹੁਤ ਸਾਰੇ ਰਾਜਾਂ ਦੇ ਕੁਪੋਸ਼ਣ ਦੇ ਅੰਕੜੇ ਸੀ। ਮਨਮੋਹਨ ਸਿੰਘ ਜੀ ਨੇ ਇਹਨੂੰ ਕਿਹਾ ਕਿ ਤੂੰ ਗੁਜਰਾਤ ਬਾਰੇ ਜਿਹੜੇ ਅੰਕੜੇ ਨੇ ਉਹ ਮੋਦੀ ਸਾਹਿਬ ਨੂੰ ਵੀ ਦੱਸ। ਮੋਦੀ ਸਾਹਿਬ ਨਾਲ ਇਸ ਬੰਦੇ ਦੀ ਜਿਹੜੀ ਉੱਥੇ ਦਾਲ ਗਲ ਗਈ ਤੇ ਉਹਨਾਂ ਨੇ ਇਹਨੂੰ ਆਪਣਾ ਚੁਣਾਵ ਸਲਾਹਕਾਰ ਬਣਾਇਆ। 2014 ਦੇ ਵਿੱਚ ਮੋਦੀ ਸਾਹਿਬ ਦਾ ਸਲਾਹਕਾਰ ਰਿਹਾ। ਉਸ ਤੋਂ ਬਾਅਦ ਹੁਣ ਤੱਕ ਇਹਨੇ ਸ਼ਾਇਦ ਹੀ ਕੋਈ ਪਾਰਟੀ ਛੱਡੀ ਹੋਵੇ ਜਿਹਦੀ ਸਲਾਹ ਜਿਹਨੂੰ ਨਹੀਂ ਦਿੱਤੀ। ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦੀ ਸੰਧੀ ਕਰਾ ਕੇ ਉੱਥੇ ਉਹਨਾਂ ਦੀ ਸਰਕਾਰ ਬਣਾਈ ਸੀ, BJP ਨੂੰ ਉਸੇ ਸਰਕਾਰ ਚੋਂ ਬਾਹਰ ਰੱਖਿਆ ਸੀ। ਚੌਥੇ ਸਾਲ ਜਾ ਕੇ ਉਹਨਾਂ ਦੀ ਲੜਾਈ ਹੋ ਗਈ ਤੇ ਫਿਰ ਵੱਖਰੇ ਹੋ ਗਏ। ਹੁਣ ਜੇ ਅਜੋਕੀ ਗੱਲ ਕਰੀਏ ਤੇ ਮਮਤਾ ਬੈਨਰਜੀ ਵਾਲੀ ਜਿਹੜੀ TMC ਪਾਰਟੀ ਬੰਗਾਲ 'ਚ ਇਲੈਕਸ਼ਨ ਲੜ ਰਹੀ ਹੈ ਉਹਦਾ ਸਲਾਹਕਾਰ ਵੀ ਆ। ਕੈਪਟਨ ਸਾਹਿਬ ਦੀ ਪਿਛਲੀ ਸਰਕਾਰ ਦੇ ਵਿੱਚ ਵੀ ਇਹਨੇ ਬਹੁਤ ਸਲਾਹਾਂ ਦਿੱਤੀਆਂ ਸੀ, ਜਿਹੜੀ ਘਰ ਰੁਜ਼ਗਾਰ ਦੀ ਗੱਲ ਸੀ ਜਾਂ ਸਮਾਰਟਫੋਨ ਵਰਗੀਆਂ ਗੱਲਾਂ ਸੀ, ਤੇ ਕਿਹਾ ਜਾਂਦਾ ਸੀਗਾ ਕਿ ਜਿਹੜੀ ਸਹੁੰ ਖਾਣ ਵਾਲੀ ਗੱਲ ਆ ਕੈਪਟਨ ਸਾਹਿਬ ਨੂੰ ਉਹ ਵੀ ਇਹਨੇ ਦੱਸੀ ਸੀ, ਕਿਉਂਕਿ ਇਹ ਭਾਰਤ ਦੇ ਪੰਜਾਬ ਦੇ ਤਾਣੇ ਬਾਣੇ ਨੂੰ ਸਮਝਦਾ ਸੀ ਕਿ ਲੋਕ ਧਾਰਮਿਕ ਭਾਵਨਾਵਾਂ ਦੇ ਵਿੱਚ ਕਿਵੇਂ ਫੈਸਲੇ ਕਰਦੇ ਨੇ। ਹੁਣ ਫਿਰ ਤੋਂ ਇੱਕ ਵਾਰ ਇਹਨੂੰ ਮੁੱਖ ਮੰਤਰੀ ਦਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਬਿਨਾਂ ਤਨਖਾਹ ਤੋਂ। ਹੁਣ ਇਹ ਬਿਨਾਂ ਤਨਖਾਹ ਤੋਂ ਕਿਵੇਂ ਕੰਮ ਕਰ ਰਿਹਾ, ਚੰਗੀ ਵੱਡੀ ਟੀਮ ਆ, PK ਦੀ ਆਪਣੀ ਇੱਕ ਫਰਮ ਆ। ਤੇ ਮਜ਼ੇ ਦੀ ਗੱਲ ਇਹ ਆ ਕਿ ਉਸ ਬੰਗਲੇ ਦੇ ਉੱਤੇ ਕਾਬਜ ਆ ਚੰਡੀਗੜ੍ਹ ਦੇ ਵਿੱਚ ਜਿੱਥੇ ਕਦੇ ਸੁਖਬੀਰ ਸਿੰਘ ਬਾਦਲ ਸੀ, ਯਾਨੀ ਕਿ ਉਹਦਾ ਅਹੁਦਾ ਜਿਹੜਾ ਆ ਇਸ ਵੇਲੇ ਕੈਬਨਿਟ ਰੈਂਕ ਤੋਂ ਵੀ ਵਧੀਆ ਆ ਤੇ ਮੁੱਖ ਮੰਤਰੀ ਦੇ ਬਹੁਤ ਨੇੜੇ ਆ। ਕਾਫੀ ਦਿਨਾਂ ਤੋਂ ਮੀਟਿੰਗਾਂ ਕਰ ਰਹੇ ਨੇ ਤੇ ਹੁਣ ਉਹਨਾਂ ਨੇ ਜਿਹੜੀ ਲਾਸਟ ਗੱਲ ਕੀਤੀ ਆ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ 30 ਤੋਂ ਵੱਧ ਜਿਹੜੇ ਮੌਜੂਦਾ ਵਿਧਾਇਕ ਜਾਂ ਵਿੱਚ ਮਿਨਿਸਟਰਸ ਦੀ ਵੀ ਗੱਲਬਾਤ ਆ ਕਿ ਉਹ ਜਿਹੜੇ ਆ ਉਹਨਾਂ ਦੇ ਜਿਹੜੇ ਨਾਮ ਆ ਉਹ ਟਿਕਟਾਂ ਦੀ ਲਿਸਟ 'ਚੋਂ ਕੱਟੇ ਜਾਣਗੇ। ਹਲਚਲ ਮਚੀ ਹੋਈ ਆ। ਬਹੁਤ ਸਾਰੇ ਪੰਜਾਬ ਦੇ ਲੀਡਰਾਂ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ਇਹ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਹੈ ਕੌਣ, ਇਹ ਐਵੇਂ ਕਿਵੇਂ ਕਰ ਸਕਦਾ ਹੈ, ਇਹਨੂੰ ਕਾਂਗਰਸ ਕਮੇਟੀ ਨੇ ਤਾਂ ਅਪੁਆਇੰਟ ਹੀ ਨਹੀਂ ਕੀਤਾ। ਇਹ ਤੇ ਮੁੱਖ ਮੰਤਰੀ ਦਾ ਸਿਆਸੀ ਸਲਾਹਕਾਰ ਆ ਤੇ ਮੁੱਖ ਮੰਤਰੀ ਨੂੰ ਪੰਜਾਬ ਦੀ ਸਥਿਤੀ ਬਾਰੇ ਦੱਸੇ ਜਾਂ ਆਪਣੇ ਪਹਿਲਾਂ ਵਾਲੇ ਕੀਤੇ ਹੋਏ ਵਾਅਦਿਆਂ ਦੇ ਪੂਰੇ ਕਰਨ ਦੀ ਗੱਲ ਕਰੇ। ਤੇ ਇਹ ਗੱਲ ਅੱਜ ਦੀ ਡੇਟ ਦੇ ਵਿੱਚ ਠੀਕ ਵੀ ਜਾਪਦੀ ਹੈ ਕਿ ਇੰਨੀਆਂ ਵੱਡੀਆਂ ਟਿਕਟਾਂ ਨਹੀਂ ਕੱਟੀਆਂ ਜਾ ਸਕਦੀਆਂ, ਪਰ
ਫਿਰ ਵੀ ਉਹਨਾਂ ਲੋਕਾਂ ਨੂੰ ਇਹ ਜਿਹੜਾ ਫਿਕਰ ਆ ਉਹ ਜ਼ਰੂਰ ਪ੍ਰਸ਼ਾਂਤ ਕਿਸ਼ੋਰ ਨੇ ਪਾਇਆ ਹੋਇਆ ਹੈ ਕਿ ਕੀ ਹੋਵੇਗਾ ਤੇ ਕਿਵੇਂ ਹੋਵੇਗਾ। ਬਿਲਕੁਲ ਜੀ। ਬੀਜੇਪੀ ਨੇ, ਮੈਂ ਇਹਨਾਂ ਦੀ ਗੱਲ ਕਰਨ ਨਾਲ ਜੋੜਨਾ ਚਾਹਾਂਗਾ, ਭਾਰਤੀ ਜਨਤਾ ਪਾਰਟੀ ਨੂੰ ਇਸ ਹੱਦ ਤੱਕ ਫਿਕਰ ਹੈ ਕਿ ਕੁਝ ਦਿਨ ਪਹਿਲਾਂ ਤੱਕ ਪ੍ਰਸ਼ਾਂਤ ਕਿਸ਼ੋਰ ਦੀ ਇੱਕ ਆਡੀਓ ਉਹਨਾਂ ਨੇ ਵਾਇਰਲ ਕੀਤੀ ਖੁਦ, ਜਿਸ ਦੇ ਵਿੱਚ ਉਹ ਮੋਦੀ ਸਰਕਾਰ ਦੀਆਂ ਤਾਰੀਫਾਂ ਕਰ ਰਹੇ ਨੇ। ਹੁਣ ਪ੍ਰਸ਼ਾਂਤ ਕਿਸ਼ੋਰ ਤੇ ਬੇਸਿਕਲੀ ਇੱਕ ਕਿਸਮ ਦੇ, ਮੈਂ ਸਮਝਦਾ ਕਿ ਜਿਹੜਾ ਉਹਨਾਂ ਨੂੰ ਹਾਇਰ ਕਰ ਲੈਂਦਾ ਹੈ ਉਹ ਉਸ ਲਈ ਕੰਮ ਕਰਨਗੇ, ਤੇ ਉਹਨਾਂ ਪ੍ਰਤੀ ਇਸ ਤਰ੍ਹਾਂ ਦੀ ਆਡੀਓ ਵਾਇਰਲ ਕਰਨਾ ਇਹ ਬੀਜੇਪੀ ਦੀ ਬੁਖਲਾਹਟ ਨੂੰ ਥੋੜਾ ਜਿਹਾ ਵਿਖਾਉਂਦੀ ਹੈ। ਪਰ ਜ਼ਾਹਿਰਾ ਤੌਰ ਤੇ 1 ਰੁਪਈਆ ਤਨਖਾਹ ਤੇ ਕੰਮ ਕਰਨ ਆਏ ਨੇ ਪੰਜਾਬ ਵਿੱਚੋਂ, ਤੇ ਇਸ ਤਰ੍ਹਾਂ ਜਿਹੜੇ ਸਰਕਾਰੀ ਸਲਾਹਕਾਰ ਹੁੰਦੇ ਨੇ 1 ਰੁਪਈਆ ਤਨਖਾਹ ਤੇ ਨਹੀਂ ਆਉਂਦੇ, ਸਲਾਹ ਕੋਈ ਇਹੋ ਜਿਹੀ ਦੇਣਗੇ ਜਿਸ ਦੀ ਕੀਮਤ ਜਿਹੜੀ ਆ ਲੱਖਾਂ ਕਰੋੜਾਂ ਅਰਬਾਂ ਦੀ ਹੋਵੇ। ਬਿਲਕੁਲ ਬਿਲਕੁਲ। ਅਸੀਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹਾਂ ਤੇ ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾ ਗੋਲੀकांड 'ਚ ਵੀ ਇੱਕ ਸੂਤੀ ਫਸ ਗਈ ਆ, ਕੀ ਕਹਿਣਾ ਚਾਹੋਗੇ? ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾ ਗੋਲੀकांड ਦੀ ਰਿਪੋਰਟ ਜਿਹੜੀ ਹੈ, ਜੋ ਸਿੱਟ ਬਿਠਾਈ ਹੋਈ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਜਿਨ੍ਹਾਂ ਦੀ ਛਵੀ ਜਿਹੜੀ ਹੈ, ਜਿਨ੍ਹਾਂ ਦੀ ਦਿੱਖ ਜਿਹੜੀ ਹੈ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇੱਕ ਬਹੁਤ ਇਮਾਨਦਾਰ ਸਪਸ਼ਟ ਅਫਸਰ ਦੇ ਵਜੋਂ ਉਹ ਮੰਨੀ ਜਾਂਦੀ ਹੈ। ਉਹਨਾਂ ਨੇ ਜਾਂਚ ਕੀਤੀ ਹੈ, ਹੋ ਸਕਦਾ ਉਹਨਾਂ ਤੋਂ ਕੁਝ ਗਲਤੀਆਂ ਵੀ ਹੋਈਆਂ ਹੋਣ, ਲੇਕਿਨ ਅਦਾਲਤ ਨੇ ਉਸ ਜਾਂਚ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਉਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਇਹ ਜਾਂਚ ਸਹੀ ਨਹੀਂ ਹੋ ਸਕਦੀ ਤੇ ਕੁੰਵਰ ਵਿਜੇ ਪ੍ਰਤਾਪ ਆਪਣੇ ਤੌਰ ਤੇ ਸਹੀ ਹੋ ਸਕਦੇ ਨੇ, ਪਰ ਉਹ ਇਸ ਜਾਂਚ ਦੇ ਵਿੱਚੋਂ ਇੱਕ ਪਾਸੜ ਹੋ ਕੇ ਰੋਲ ਸ਼ਾਇਦ ਨਿਭਾਉਂਦੇ ਰਹੇ ਹੋਣ। ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਆਈ ਸੀ ਉਸ ਨੂੰ ਵਿਧਾਨ ਸਭਾ ਦੇ ਵਿੱਚ ਜਨਤਕ ਕੀਤਾ ਗਿਆ, ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਉਸ ਰਿਪੋਰਟ ਦੇ ਆਧਾਰ ਤੇ ਜਿਹੜਾ ਭੰਡਿਆ ਉੱਥੇ ਵਿਰੋਧੀ ਪਾਰਟੀਆਂ ਨੂੰ ਤੇ ਖਾਸ ਤੌਰ ਤੇ ਅਕਾਲੀ ਦਲ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਵੀ, ਜਿਹੜੀ ਉਸ ਵੇਲੇ ਉਹਨਾਂ ਦੀ ਸਹਿਯੋਗੀ ਪਾਰਟੀ ਸੀ, ਉਹ ਸਾਰੇ ਜਾਣਦੇ ਨੇ ਵਿਧਾਨ ਸਭਾ ਦੀ ਕਾਰਵਾਈ ਸਾਰਿਆਂ ਨੇ ਦੇਖੀ ਹੋਈ ਹੈ। ਹੁਣ ਉਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ ਦੇ ਵਿੱਚ ਜਨਤਕ ਕੀਤਾ ਗਿਆ। ਹੁਣ ਪਾਰਟੀਆਂ ਮੰਗ ਕਰ ਰਹੀਆਂ ਨੇ, ਜਿਸ ਦੇ ਵਿੱਚ ਅਕਾਲੀ ਦਲ ਤੋਂ ਨਾਰਾਜ਼ ਜਿਹੜਾ ਧੜਾ ਹੈ, ਜਿਸ ਦੇ ਸੁਖਦੀਪ ਸਿੰਘ ਢੀਂਡਸਾ ਆਗੂ ਨੇ, ਰਣਜੀਤ ਸਿੰਘ ਬ੍ਰਹਮਪੁਰਾ ਨੇ ਤੇ ਹੋਰ ਆਗੂ ਨੇ, ਕਈ ਨਾਰਾਜ਼ ਆਗੂ ਜਿਹੜੇ ਨੇ ਇੱਕ ਪਾਸੇ ਇਕੱਠੇ ਹੋਏ ਨੇ, ਅਕਾਲੀ ਦਲ ਦੇ ਕਈ ਸਾਬਕਾ ਵਿਧਾਇਕ ਵੀ ਨੇ। ਉਹ ਕਹਿੰਦੇ ਨੇ ਕਿ ਇਹ ਸ਼ਰੇਆਮ ਬਾਦਲਾਂ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਦਾ ਨਤੀਜਾ ਹੈ, ਜਿਸ ਦੇ ਤਹਿਤ ਅਦਾਲਤ ਵੱਲੋਂ ਕੋਈ ਇਸ ਤਰ੍ਹਾਂ ਦੇ ਹੁਕਮ ਕਰਵਾਏ ਗਏ ਨੇ। ਹਾਲਾਂਕਿ ਅਸੀਂ ਆਪਣੇ ਤੌਰ ਤੇ ਗੱਲ ਬਿਲਕੁਲ ਨਹੀਂ ਆ ਸਕਦੇ ਕਿ ਅਦਾਲਤ ਨੇ ਕਿਸੇ ਦਬਾਅ ਹੇਠ ਕੋਈ ਇਸ ਤਰ੍ਹਾਂ ਦਾ ਫੈਸਲਾ ਦਿੱਤਾ ਹੋਵੇਗਾ, ਕਿਉਂਕਿ ਅਦਾਲਤਾਂ ਜਿਹੜੀਆਂ ਨੇ ਉਹ ਆਜ਼ਾਦ ਸੰਸਥਾਵਾਂ ਨੇ, ਸੋ ਉਹਨਾਂ ਵੱਲੋਂ ਫੈਸਲੇ ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਉਹਨਾਂ ਨੇ ਜੋ ਕਿਹਾ ਹੋਵੇਗਾ ਸਹੀ ਹੋਵੇਗਾ, ਪਰ ਸਰਕਾਰ ਤੇ ਉਂਗਲੀ ਫਿਰ ਵੀ ਉੱਠ ਰਹੀ ਹੈ। ਦੂਸਰੀਆਂ ਪਾਰਟੀਆਂ ਦੇ ਆਗੂ ਤੇ ਵਿਰੋਧੀ ਧਿਰ ਦੇ ਆਗੂ ਇਸ ਨੂੰ ਜਿਹੜਾ ਹੈ ਉਹ ਇਹ ਕਹਿ ਕੇ ਭੰਡ ਰਹੀਆਂ ਹਨ, ਉਹ ਅਦਾਲਤੀ ਕਾਰਵਾਈ ਤੇ ਉਂਗਲੀ ਨਹੀਂ ਠਾ ਰਹੇ। ਉਹ ਇਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਗਈ ਸੀ, ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਵੀ ਇਸੇ ਤਰ੍ਹਾਂ ਜਨਤਕ ਕੀਤਾ ਜਾਵੇ। ਤੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੇ ਵਿੱਚ ਕਹਿੰਦੇ ਨੇ, ਦੱਸਿਆ ਜਾਂਦਾ ਹੈ ਕਥਿਤ ਤੌਰ ਤੇ ਕਿ ਖੂਬ ਰਗੜੇ ਲੱਗੇ ਹੋਏ ਨੇ ਅਕਾਲੀ ਦਲ ਦੀ ਸਰਕਾਰ ਨੂੰ, ਤੇ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ, ਪਰਮਰਾਜ ਸਿੰਘ ਉਮਰਾ ਨੰਗਲ ਤੇ ਹੋਰ ਕਈ ਅਧਿਕਾਰੀ ਤੇ ਅਕਾਲੀ ਦਲ ਦੇ ਕਈ ਆਗੂ ਜਿਹੜੇ ਨੇ, ਜਿਨ੍ਹਾਂ ਦੇ ਫਸਣ ਦਾ ਖਦਸ਼ਾ ਹੈ। ਸੋ ਉਹਨਾਂ ਨੂੰ ਰਗੜੇ ਲੱਗ ਸਕਦੇ ਨੇ। ਸੋ ਕੁੰਵਰ ਵਿਜੇ ਪ੍ਰਤਾਪ ਇੱਕ ਕਿਸਮ ਦੇ ਵਿਚਾਰੇ ਸਾਈਡਲਾਈਨ ਹੋ ਗਏ ਨੇ ਹਾਲ ਦੀ ਘੜੀ ਇਸ ਘਟਨਾਕ੍ਰਮ ਦੇ ਵਿੱਚੋਂ, ਪਰ ਇਸ ਮਾਮਲੇ ਤੇ ਪੰਜਾਬ ਸਰਕਾਰ ਵੀ ਕੋਈ ਠੋਸ ਜਵਾਬ ਨਹੀਂ ਦੇ ਰਹੀ। ਇੰਨੀ ਕੁ ਗੱਲ ਆਖ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿ ਤੁਸੀਂ ਬਰੀ ਨਹੀਂ ਹੋਏ ਅਜੇ ਇਸ ਕੇਸ ਵਿੱਚੋਂ, ਖੁਸ਼ੀਆਂ ਨਾ ਮਨਾਓ ਬਹੁਤੀਆਂ, ਤੇ ਇਸ ਗੱਲ ਦੀ ਖੁਸ਼ੀ ਤੁਹਾਨੂੰ ਮਨਾਉਣੀ ਨਹੀਂ ਚਾਹੀਦੀ, ਤੁਸੀਂ ਸਿੱਧੇ ਹੋ ਜਾਓ, ਅਜੇ ਜਾਂਚ ਇਸ ਦੀ ਚੱਲ ਰਹੀ ਤੇ ਇਸ ਦਾ ਰਿਜ਼ਲਟ ਅਜੇ ਜ਼ਰੂਰ ਆਵੇਗਾ। ਪਰ ਇਸ ਵਿੱਚੋਂ ਮਿਲੀ ਭੁਗਤ ਦੀ ਬੋ ਆ ਰਹੀ ਹੈ। ਜੇ ਰਿਪੋਰਟ ਨੂੰ ਕੁੰਵਰ ਵਿਜੇ ਪ੍ਰਤਾਪ ਦੀ ਨੂੰ ਜਨਤਕ ਨਹੀਂ ਕੀਤਾ ਜਾਂਦਾ ਤੇ ਆਮ ਲੋਕ ਨਹੀਂ ਪੜ੍ਹਦੇ, ਤੇ ਫਿਰ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦਾ ਪ੍ਰਭਾਵ ਉਸਨੇ ਆਉਣ ਵਾਲੀਆਂ ਇਲੈਕਸ਼ਨਾਂ ਤੇ ਜਾਂ ਪੰਜਾਬ ਦੇ ਸਿਆਸੀ ਸਮੀਕਰਨਾਂ ਤੇ ਛੱਡਣਾ ਸੀ, ਉਹ ਨਾ ਛੱਡ ਸਕੇ ਤੇ ਲੋਕਾਂ ਤੱਕ ਸਹੀ ਜਾਣਕਾਰੀ ਨਾ ਪਹੁੰਚ ਸਕੇ। ਸ਼ਰਮਾ ਜੀ, ਜੂਨ 2016 ਦੀ ਗੱਲ ਹੈ, ਗੋਲੀकांड ਮਾਮਲਾ ਉਦੋਂ ਹੋਇਆ ਸੀ ਤੇ ਤਕਰੀਬਨ 6 ਸਾਲ ਹੋ ਲੱਗੇ ਨੇ, ਤੇ ਇਨਸਾਫ ਮਿਲਣ ਦੀ ਬਜਾਏ ਰਾਜਨੀਤਿਕ ਪਰਤਾਂ ਚੜ੍ਹਦੀਆਂ ਜਾਂਦੀਆਂ ਨੇ, ਕੀ ਕਹਿਣਾ ਚਾਹੋਗੇ? ਬਿਲਕੁਲ, ਜੋ ਮੈਂ ਕਹਿਣਾ ਸੀ ਤੁਸੀਂ ਸਾਰੀ ਗੱਲ ਨਿਚੋੜ ਕੇ ਦੱਸ ਦਿੱਤੀ ਹੈ। ਰਾਜਨੀਤੀ ਦੇ ਵਿੱਚ ਮੁੱਦੇ ਜਿਹੜੇ ਉਹ ਹੱਲ ਨਹੀਂ ਕੀਤੇ ਜਾਂਦੇ, ਉਹ ਸਾਂਭ ਕੇ ਰੱਖੇ ਜਾਂਦੇ ਨੇ ਵੋਟਾਂ ਦੁਆਲੇ ਨੇੜੇ ਲਿਆਉਣ ਲਈ। ਬਿਲਕੁਲ, ਚਾਹੇ ਉਹ ਭਾਰਤ ਲੈਵਲ ਤੇ ਦੇਖ ਲਓ ਤੁਸੀਂ, ਰਾਮ ਮੰਦਿਰ ਦਾ ਮੁੱਦਾ ਹੋਵੇ, ਚਾਹੇ ਜੰਮੂ ਕਸ਼ਮੀਰ ਦਾ ਮੁੱਦਾ ਹੈ, ਇਹ ਮੁੱਦੇ ਜੇ ਸਰਕਾਰਾਂ ਚਾਹਣ ਤੇ ਬਹੁਤ ਆਸਾਨੀ ਨਾਲ ਹੱਲ ਕਰ ਸਕਦੀਆਂ ਜੀ। ਇਹੋ ਜਿਹੇ ਹੀ ਜਿਹੋ ਜਿਹਾ ਮੁੱਦਾ ਰਾਮ ਮੰਦਿਰ ਦਾ ਸੀਗਾ ਕੁਲਦੀਪ ਜੀ, ਅੱਜ ਕੱਲ੍ਹ ਇਹਨਾਂ ਨੇ ਗਿਆਨਵਾਪੀ ਮਸਜਿਦ ਦੇ ਮੁੱਦੇ ਨੂੰ ਉੱਦਾਂ ਬਣਾਇਆ ਹੋਇਆ। ਉੱਥੇ ਵੀ ਹੁਣ ਉਹਦੀ ਜਾਂਚ ਕਰਨ ਦੀ ਆਦੇਸ਼ ਦਿੱਤੇ ਨੇ ਕਿ ਬਨਾਰਸ ਦੇ ਵਿੱਚ, ਵਾਰਾਣਸੀ ਦੇ ਵਿੱਚ ਜਿਹੜਾ ਮੰਦਿਰ ਹੈਗਾ ਆ ਭਗਵਾਨ ਸ਼ਿਵ ਦਾ, ਉਹਦੇ ਨਾਲ ਜਿਹੜੀ ਮਸਜਿਦ ਬਣੀ ਹੋਈ ਆ, ਉਹਦੀ ਪੁਰਾਤੱਤਵ ਵਿਭਾਗ ਤੋਂ ਜਾਂਚ ਕਰਨ ਦੀ ਗੱਲ ਕੀਤੀ ਹੈ ਕਿ ਕਦੋਂ ਮੰਦਿਰ ਢਾਇਆ ਸੀ ਤੇ ਕਦੋਂ ਬਣਾਈ ਸੀ। ਗੱਲ ਸਿਰਫ ਮੁੱਦਿਆਂ ਦੀ ਆ। ਇਹ ਜਿਹੜਾ ਮੁੱਦਾ ਹੈ 6 ਸਾਲ ਪੁਰਾਣਾ, ਇੱਥੇ ਤੇ 100 ਸਾਲ ਪੁਰਾਣੇ ਮੁੱਦੇ ਰੱਖੇ ਹੋਏ ਨੇ ਰਾਜਨੀਤਿਕ ਲੋਕਾਂ ਨੇ, ਤੇ ਜੇ ਕੈਪਟਨ ਸਾਹਿਬ ਇਸ ਮੁੱਦੇ ਨੂੰ ਕੁਝ ਸਮਾਂ ਸੰਭਾਲ ਲਏ ਨੇ ਅਗਲੀਆਂ ਚੋਣਾਂ 'ਚ ਵਰਤਣ ਲਈ, ਤੇ ਕੋਈ ਵੱਡੀ ਗੱਲ ਨਹੀਂ ਹੈ। ਗੱਲ ਤੇ ਸਿਰਫ ਇਹ ਆ ਕਿ ਜਿਹੜੀ ਗੱਲ ਕੱਲ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਕੀਤੀ ਆ ਤੇ ਕੱਲ ਪੰਜਾਬ ਦੇ ਲੀਡਰਾਂ ਨੇ ਤੇ ਕਿਸਾਨ ਲੀਡਰਾਂ ਨੇ ਕੀਤੀ ਆ ਕਿ ਲੋਕ ਇਹਨਾਂ ਰਾਜਨੀਤਿਕ ਲੋਕਾਂ ਤੋਂ ਦੂਰ ਰਹਿਣ, ਬਚਣ, ਇਹਨਾਂ ਦੀਆਂ ਚਾਲਾਂ ਨੂੰ ਸਮਝਣ, ਫੇਰ ਕੁਝ ਗੱਲ ਬਣ ਸਕਦੀ। ਨਹੀਂ ਤੇ ਇਹ ਜਿਹੜੀ ਰਿਪੋਰਟ ਆ
ਕੱਲ ਕੈਪਟਨ ਸਾਹਿਬ ਨੇ ਕੋਈ 2 ਨੰਬਰ ਜ਼ਰੂਰ ਜਾਰੀ ਕਰ ਦਿੱਤੇ ਨੇ, ਜਿਹਦੇ ਚ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮਨਤਾਰ ਸਿੰਘ ਬਰਾੜ ਨਾਲ ਗੱਲ ਹੋਈ ਆ ਜਾਂ ਕੁਝ ਇਹੋ ਜਿਹੀਆਂ ਗੱਲਾਂ ਹੋਰ ਕੀਤੀਆਂ ਨੇ, ਤੇ ਉਸ ਰਿਪੋਰਟ ਨੂੰ ਜਨਤਕ ਕਰਨ ਚ ਕੀ ਪਰੇਸ਼ਾਨੀ? ਬਿਲਕੁਲ। ਅਣਪਛਾਤੇ ਪੁਲਿਸ ਵਾਲਿਆਂ ਤੇ ਉੱਤੇ FIR ਦਰਜ ਕਰ ਦਿੱਤੀ ਕਿ ਜਿਹੜੀ ਉਹ ਗੋਲੀ ਆ ਅਣਪਛਾਤੇ ਪੁਲਿਸ ਮੁਲਾਜ਼ਮਾਂ ਤੇ ਚੱਲੀ ਆ, ਤੇ 6 ਸਾਲ ਤੱਕ ਉਹ ਬੰਦੇ ਨਹੀਂ ਲੱਭੇ ਕਿ ਗੋਲੀ ਚਲਾਉਣ ਵਾਲੇ ਅਣਪਛਾਤੇ ਪੁਲਿਸ ਇਹ ਕਿਵੇਂ ਹੋ ਗਏ? ਜਿਹੜੀ ਬੁਲਟ ਆ ਉਹ ਕਿਸੇ ਬੰਦੇ ਨੂੰ ਜਾਰੀ ਹੁੰਦੀ ਆ, ਉਹਦਾ ਇੱਕ ਨੰਬਰ ਹੁੰਦਾ, ਕਿਸ ਪਿਸਤੌਲ ਚੋਂ ਕਿਸ ਬੰਦੂਕ ਚੋਂ ਚੱਲਦੀ, ਉਹਦਾ ਝੱਟ ਪਤਾ ਲੱਗ ਜਾਂਦਾ। ਉਹ ਕਹਿੰਦੇ ਹੁੰਦੇ ਨਾ ਵੀ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ, ਤੇ ਨੱਚਣ ਜੋਗੇ ਤਾਂ ਹੈਗੇ ਵੀ ਨਹੀਂ ਆ। ਨਹੀਂ, ਇਹ ਅਸਲ ਦੇ ਵਿੱਚ ਨੱਚਣਾ ਨਹੀਂ ਚਾਹੁੰਦੇ, ਇਹ ਆਮ ਲੋਕਾਂ ਨੂੰ ਨਚਾਉਣਾ ਚਾਹੁੰਦੇ ਨੇ, ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਕਰਕੇ ਸਿਰਫ ਔਰ ਸਿਰਫ ਇਹਨਾਂ ਦਾ ਜਿਹੜਾ ਮਸਲਾ ਆ ਉਹ ਆਉਣ ਵਾਲੀਆਂ ਵੋਟਾਂ ਤੱਕ ਇਸ ਮੁੱਦੇ ਨੂੰ ਫੇਰ ਗਰਮਾ ਕੇ ਰੱਖਣ ਦਾ ਆ। ਇਹ ਵੀ ਗੱਲ ਹੋ ਸਕਦੀ ਆ ਕਿ ਇਹਦੇ ਵਿੱਚ ਇਸ ਵਿੱਚ ਕੋਈ ਸਿਆਸੀ ਸੌਦੇਬਾਜ਼ੀ ਵੀ ਹੋ ਸਕਦੀ। ਕੁਲਦੀਪ ਜੀ, ਪੰਜਾਬ ਦੀ ਸਿਆਸਤ ਦੀ ਗੱਲ ਕਰ ਰਹੇ ਆ ਤੇ ਲੱਗਦੇ ਹੱਥ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕਰ ਲੈਂਦੇ ਆ ਵੀ ਉਹ ਨੇਤੀ ਕੋਈ ਨਾ ਕੋਈ ਨਵਾਂ ਬਿਆਨ ਦਾਗ ਦਿੰਦੇ ਨੇ, ਕੀ ਕਹਿਣਾ ਚਾਹੋਗੇ? ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੀ ਉਹਨਾਂ ਨੇ ਕ੍ਰਿਕਟ ਖੇਡੀ ਹੈ, ਬਿਲਕੁਲ ਉਸੇ ਤਰ੍ਹਾਂ ਦੀ ਸਿਆਸੀ ਪਾਰੀ ਹੈ ਉਹਨਾਂ ਦੀ। ਉਹ ਟੈਸਟ ਮੈਚ ਕ੍ਰਿਕਟ ਦੇ ਵਿੱਚ ਤੇ ਵਨਡੇ ਦੇ ਵਿੱਚ T20 ਦੇ ਉਦੋਂ ਸੀਗੇ ਨਹੀਂ, ਤੇ ਓਪਨਿੰਗ ਬੈਟਸਮੈਨ ਦੇ ਤੌਰ ਤੇ ਆਉਂਦੇ ਰਹੇ ਸੀ, ਜਿੱਥੇ ਸਭ ਤੋਂ ਪਹਿਲਾਂ ਵਾਰੀ ਮਿਲਦੀ ਹੈ ਬੈਟਿੰਗ ਦੀ, ਤੇ ਖੂਬ ਚੌਕੇ ਛੱਕੇ ਮਾਰਦੇ ਰਹੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਧੀਆ ਖਿਡਾਰੀ ਸਨ ਤੇ ਦੁਨੀਆ ਦੇ ਵਿੱਚ ਨਾਮ ਉਹਨਾਂ ਨੇ ਕਮਾਇਆ। 5 ਦਿਨਾਂ ਦਾ ਟੈਸਟ ਮੈਚ ਹੁੰਦਾ ਹੈ, ਤੇ ਜੇ ਨਵਜੋਤ ਸਿੱਧੂ ਨੂੰ ਕੋਈ ਕਹੇ ਵੀ ਪਹਿਲੇ ਦਿਨ ਉਹਨਾਂ ਨੂੰ ਇੱਕ ਵਾਰੀ ਮਿਲੀ ਸੀ ਜਿਸ ਨੂੰ ਖੁਦ ਹੀ ਛੱਡ ਗਏ, ਆਊਟ ਵੀ ਨਹੀਂ ਹੋਏ ਸੀ ਉਹਨਾਂ ਨੂੰ, ਤੇ ਖੁਦ ਹੀ ਉਹ ਜਿਵੇਂ ਵੋਲੰਟਰੀ ਇੱਕ ਆਊਟ ਲੈ ਕੇ ਤੇ ਨਿਕਲ ਗਏ, ਤੇ ਹੁਣ ਅਖੀਰਲਾ ਜਦੋਂ ਦਿਨ ਆ ਗਿਆ ਤੇ ਹੁਣ ਫੇਰ ਚਾਹੁੰਦੇ ਨੇ ਕਿ ਮੈਂ ਫੇਰ ਬੈਟਿੰਗ ਕਰਾਂ ਇੱਕ ਵਾਰੀ ਤੇ ਮੈਂ ਕੋਈ ਚੌਕੇ ਛੱਕੇ ਮਾਰ ਲਵਾਂ, ਤੇ ਇਹ ਤੇ ਆਖਰੀ ਓਵਰ ਚੱਲ ਰਹੇ ਨੇ ਹੁਣ ਪੰਜਾਬ ਸਰਕਾਰ ਦੇ। ਤੇ ਇੱਥੇ ਹੁਣ ਕੀ ਕਰਨਗੇ? ਉਹ ਬਿਆਨ ਕਿਸ ਤਰ੍ਹਾਂ ਦੇ ਦਾਗ ਰਹੇ ਨੇ? ਪ੍ਰੋਗਰਾਮ ਦੇ ਪਹਿਲਾਂ ਵੀ ਮੈਂ ਗੱਲ ਕੀਤੀ ਸੀ, ਉਹ ਇਸ ਮੁੱਦੇ ਦੀ ਗੱਲ ਸੀ ਕਿ ਉਹ ਜਿਹੜੀ ਲੱਖੇ ਸਿਧਾਣੇ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੇ ਬੋਲੇ ਨੇ, ਪੰਜਾਬ ਸਰਕਾਰ ਤੇ ਉਂਗਲੀ ਉਠਾਈ ਹੈ। ਅਜੇ ਕੁਝ ਦਿਨ ਤੇ ਪਹਿਲਾਂ ਦੀ ਗੱਲ ਹੈ ਕਿ ਜਦੋਂ ਸੀਸਮਾ ਫਾਰਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਗਏ ਨੇ, ਤੇ ਬੜਾ ਹਾਈ ਪ੍ਰੋਫਾਈਲ ਉਹ ਮੀਟਿੰਗ ਸੀ, ਤੇ ਸਾਰੇ ਮੀਡੀਆ ਨੂੰ ਵੀ ਇਕੱਠਾ ਕਰ ਲਿਆ ਕਿ ਪਤਾ ਨਹੀਂ ਕੀ ਨਿਕਲਣਾ ਉੱਥੋਂ, ਤੇ ਕੁਝ ਵੀ ਨਹੀਂ ਨਿਕਲਿਆ, ਤੇ ਕੁਝ ਵੀ ਨਾ ਦੱਸਿਆ ਕਿਹੜਾ ਅਹੁਦਾ ਉਹਨਾਂ ਲਈ ਫਾਈਨਲ ਹੋਇਆ, ਇਹ ਕੁਝ ਨਹੀਂ ਦੱਸਿਆ ਗਿਆ। ਤੇ ਅੱਧਾ ਕੁ ਘੰਟਾ ਸਾਰੀ ਮੁਲਾਕਾਤ ਹੋਈ ਹੈ, ਤੇ ਉੱਥੇ ਮਾੜਾ ਜਿਹਾ ਥਾਪੀ ਦਿੱਤੀ ਉਹਨਾਂ ਨੇ ਦੀ ਪਿੱਠ ਤੇ ਵਾਪਸ ਆ ਗਏ ਨੇ। ਹੁਣ ਨਵਜੋਤ ਸਿੱਧੂ ਆ ਕੇ ਟਵੀਟ ਕਰ ਰਹੇ ਨੇ, ਬਿਆਨ ਦੇ ਰਹੇ ਨੇ, 2-3 ਗੱਲਾਂ ਤੇ ਵੱਖ-ਵੱਖ ਮੁੱਦਿਆਂ ਤੇ ਉਹਨਾਂ ਨੇ ਬਿਆਨ ਦਿੱਤੇ ਨੇ, ਤੇ ਅੱਜ ਉਹ ਪਹੁੰਚ ਗਏ ਨੇ ਬਰਗਾੜੀ, ਜਿੱਥੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਬੇਅਦਬੀ ਦੀ ਘਟਨਾ ਹੋਈ ਸੀ, ਤੇ ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਇੱਕ ਵੀਡੀਓ ਜਿਹੜੀ ਹੈ ਜਾਰੀ ਕੀਤੀ ਹੈ। ਉਸ ਵੀਡੀਓ ਦੇ ਵਿੱਚ ਫੇਰ ਕਈ ਕੁਝ ਆਖ ਰਹੇ ਨੇ, ਉਹ ਕੋਈ ਜੇ ਉਸ ਨੂੰ ਦੇਖਿਆ ਜਾਵੇ ਤਾਂ ਤਰਤੀਬ ਅਨੁਸਾਰ ਬੋਲਿਆ ਗਿਆ ਨਹੀਂ ਹੈ, ਬੇਤਰਤੀਬਾ ਜਿਹਾ ਬੋਲਿਆ ਗਿਆ। ਫੇਰ ਉਂਗਲੀ ਜਿਹੜੀ ਹੈ ਉਸ ਵਿੱਚ ਉਹਨਾਂ ਨੇ ਗੱਲ ਇਹ ਕੀਤੀ ਹੈ, ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਗੁਰੂ ਦੇ ਨਹੀਂ ਹੋ ਸਕੇ ਉਹ ਪੰਜਾਬ ਦੇ ਕਿੱਥੋਂ ਹੋ ਜਾਣਗੇ। ਹੁਣ ਕਿਹਨੂੰ ਕਹਿ ਰਹੇ ਨੇ? ਮੈਂ ਸਮਝਦਾ ਕੁਝ ਗੱਲਾਂ ਤੇ ਉਹਨਾਂ ਨੂੰ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਿਫੈਂਸਿਵ ਖੇਡਣਾ ਹੈ ਕਿ 2-4 ਸ਼ਾਟ ਮਾਰਨੇ ਵੀ ਨੇ, ਤੇ ਜੇ ਮਾਰਨੇ ਵੀ ਰਿਸਕ ਲੈਣਾ ਵੀ ਤੇ ਕਿੰਨਾ ਕੁ ਲੈਣਾ ਹੈ। ਤੇ ਹਾਲੇ ਉਹ ਬਹੁਤ ਡਿਫੈਂਸਿਵ ਖੇਡ ਰਹੇ ਨੇ, ਤੇ ਸਿਰਫ ਬਾਹਰ ਬੈਠੇ ਬਾਉਂਡਰੀ ਤੋਂ ਵੜਕਾ ਮਾਰ ਰਹੇ ਨੇ, ਉਹ ਅਸਲ ਮੈਦਾਨ ਦੇ ਵਿੱਚ ਨਹੀਂ ਆ ਰਿਹਾ। ਇਸ ਦੀ ਮੈਂ ਦੱਸ ਦੇਵਾਂ ਕਿ ਉਹ ਕਿਸ ਤਰ੍ਹਾਂ ਦਾ ਉਹਨਾਂ ਦੇ ਬਿਆਨਾਂ ਤੋਂ ਕੀ ਝਲਕਦਾ ਕੀ ਹੈ ਕਿ ਬੋਲਣਾ ਤਾਂ ਉਹ ਪੰਜਾਬ ਸਰਕਾਰ ਦੇ ਖਿਲਾਫ ਚਾਹੁੰਦੇ ਨੇ, ਨਾਮ ਵੀ ਨਹੀਂ ਲੈਂਦੇ, ਔਖੇ ਵੀ ਨੇ, ਤੇ ਜਿਹੜੀ ਉਹਨਾਂ ਦੀ ਆਉਣ ਵਾਲੇ ਭਵਿੱਖ ਦੀ ਰਣਨੀਤੀ ਹੈ ਉਸ ਨੂੰ ਵੀ ਉਹ ਕਲੀਅਰ ਨਹੀਂ ਕਰਨਾ ਚਾਹੁੰਦੇ। ਪ੍ਰਗਟ ਸਿੰਘ ਨੇ ਵੀ ਕੁਝ ਦਿਨ ਪਹਿਲਾਂ ਇੱਕ ਪ੍ਰਾਈਵੇਟ ਚੈਨਲ ਨੂੰ ਬਿਆਨ ਦੇ ਵਿੱਚ ਆਖ ਦਿੱਤਾ ਕਿ ਲੋਕ ਅਗਲੇ ਸਾਲ ਕਾਂਗਰਸ ਨੂੰ ਵੋਟ ਪਾਉਣ ਤੋਂ ਪਹਿਲਾਂ ਸੋਚਣਗੇ, 100 ਵਾਰ ਸੋਚਣਗੇ। ਪਰ ਨਵਜੋਤ ਸਿੰਘ ਸਿੱਧੂ ਇੱਥੇ ਤੱਕ ਨਹੀਂ ਬੋਲੇ। ਉਹਨਾਂ ਨੇ ਸਵਾਲ ਜ਼ਰੂਰ ਪੰਜਾਬ ਦੀ ਸਰਕਾਰ ਦੀ ਕਾਰਜਕਾਰੀ ਤੇ ਉਠਾਏ ਨੇ। ਤੁਹਾਨੂੰ ਯਾਦ ਹੋਵੇਗਾ ਕਿ ਕਈ ਸਾਲ ਪਹਿਲਾਂ ਉਹਨਾਂ ਨੇ ਰੇਤਾ ਦੀ ਵਿਕਰੀ ਤੇ ਮਾਈਨਿੰਗ ਨੂੰ ਲੈ ਕੇ ਇੱਕ ਬਲੂਪ੍ਰਿੰਟ ਇੱਕ ਦਿੱਤਾ ਸੀ। ਇਸੇ ਤਰ੍ਹਾਂ ਦਾ ਬਲੂਪ੍ਰਿੰਟ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਦੋਂ ਇਹ ਕਿਹਾ ਗਿਆ ਸੀ ਕਿ ਵੱਡਾ ਐਲਾਨ ਹੋਵੇਗਾ ਅੱਜ ਕੋਈ, ਤੇ ਉੱਥੇ ਉਹਨਾਂ ਨੇ ਬਲੂਪ੍ਰਿੰਟ ਦਿੱਤਾ ਕਿ ਖੇਤੀ ਦੀ ਪ੍ਰੋਕਿਉਰਮੈਂਟ, ਫਸਲ ਦੀ ਪ੍ਰੋਕਿਉਰਮੈਂਟ ਕਿਸ ਤਰ੍ਹਾਂ ਹੋਣੀ ਹੈ ਤੇ ਕਿਵੇਂ ਲੋਕਾਂ ਦੀ ਫਸਲ ਜਿਹੜੀ ਹੈ ਖਰੀਦੀ ਜਾਣੀ ਚਾਹੀਦੀ ਹੈ। ਕਿਹਨੂੰ ਦੱਸ ਰਹੇ ਸੀ ਉਹ? ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਜਾਂ ਕਿਸਾਨਾਂ ਨੂੰ? ਇਹ ਸਾਰੀ ਪਲੈਨਿੰਗ ਉਹਨਾਂ ਦੇ ਕੋਲ ਹੈ, ਤੇ ਪਲੈਨਿੰਗ ਦੱਸਣੀ ਲੋਕਾਂ ਤੱਕ ਜ਼ਰੂਰੀ ਹੈ, ਪਰ ਉਸ ਕੰਮ ਲਈ ਉਹਨਾਂ ਕੋਲ ਪਲੇਟਫਾਰਮ ਜਿਹੜਾ ਹੋਣਾ ਕੋਈ ਜ਼ਰੂਰੀ ਹੈ। ਇੱਕ ਫਿਲਾਸਫਰ ਦੇ ਤੌਰ ਤੇ ਅਗਰ ਉਹ ਪੰਜਾਬ ਵਿੱਚ ਵਿਚਰਨਾ ਚਾਹੁੰਦੇ ਨੇ ਤੇ ਮਾਫ ਕਰਨਾ ਹੈ ਕਿ ਉਹ ਗਲਤ ਰਸਤੇ ਤੇ ਜਾ ਰਹੇ ਨੇ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਇੱਕ ਪਾਸੇ ਤਾਂ ਸਿੱਧੂ ਜੀ ਇਕੱਲੇ ਪੈ ਗਏ ਨੇ, ਤੇ ਉਧਰ ਰਾਜਸਥਾਨ 'ਚ ਇੱਕ ਇਕੱਲੇ ਅਧਿਆਪਕ ਨੇ ਕੋਈ ਮਾਰਕਾ ਮਾਰਦਾ ਕਿ ਸਿੱਧੂ ਨੂੰ ਉਹਨਾਂ ਤੋਂ ਕੋਈ ਸਬਕ ਲੈਣਾ ਚਾਹੀਦਾ। ਬਿਲਕੁਲ ਜੀ, ਸਿੱਧੂ ਸਾਹਿਬ ਨੂੰ ਜਿੱਦਾਂ ਕੁਲਦੀਪ ਜੀ ਨੇ ਹੁਣੇ ਦੱਸਿਆ ਕਿ ਆਪਣੀ ਜਿਹੜੀ ਰਣਨੀਤੀ ਆ ਉਹ ਕਲੀਅਰ ਕਰਨੀ ਚਾਹੀਦੀ।
ਉਹਨਾਂ ਨਾਲੋਂ ਤੇ ਪ੍ਰਗਟ ਸਿੰਘ, ਹਾਲਾਂਕਿ ਦੋਨੋਂ ਸਪੋਰਟਸਮੈਨ ਨੇ, ਦੋਨੋਂ ਰਾਜਨੀਤੀ 'ਚ ਨੇ, ਦੋਨੋਂ ਸਫਲ ਨੇ, ਉਹਨਾਂ ਨੇ ਸਾਫ਼ ਗੱਲ ਕਰ ਦਿੱਤੀ ਕਿ ਪੰਜਾਬ ਸਰਕਾਰ ਦੀ ਜਿਹੜੀ ਕਾਰਜਕਾਰੀ ਹੈ ਚੰਗੀ ਨਹੀਂ ਹੈਗੀ, ਲੋਕ ਵੋਟਾਂ ਪਾਉਣ ਤੋਂ ਪਹਿਲਾਂ ਸੋਚਣਗੇ। ਪਰ ਸਿੱਧੂ ਸਾਹਿਬ ਗੱਲ ਸਿਰਫ ਘੁਮਾ ਕੇ ਕਰਦੇ ਨੇ, ਸਪਿਨ ਵਾਲੀ ਜਿਹੜੀ ਗੇਂਦਬਾਜ਼ੀ ਉਹਦੇ ਵਾਂਗੂ ਗੁਗਲੀਆਂ ਮਾਰ ਰਹੇ ਨੇ। ਬਿਲਕੁਲ। ਕਈ ਅਖਬਾਰਾਂ ਦੀਆਂ ਖਬਰਾਂ ਇਹ ਵੀ ਦੱਸ ਰਹੀਆਂ ਨੇ ਕਿ ਉਹ ਆਪਣੇ ਜਿਹੜੇ ਆ ਪਰ ਤੋਲ ਰਹੇ ਨੇ ਜਾਂ ਆਪਣੇ ਲਈ ਇੱਕ ਜਗ੍ਹਾ ਦੀ ਤਲਾਸ਼ 'ਚ ਨੇ। ਗੱਲ ਸਿਰਫ ਇਹ ਆ ਕਿ ਉਹ ਕੰਮ ਕਰਨਾ ਚਾਹੀਦਾ, ਚਾਹੇ ਉਹ ਕਾਂਗਰਸ 'ਚ ਕਰ ਲੈਣ, ਚਾਹੇ ਉਹ ਪਹਿਲਾਂ ਬੀਜੇਪੀ 'ਚ ਕਰ ਲੈਂਦੇ, ਚਾਹੇ ਹੁਣ ਉਹ ਆਮ ਆਦਮੀ ਪਾਰਟੀ ਨਾਲ ਰਲ ਕੇ ਕਰ ਲੈਣ। ਦੱਸਿਆ ਇਹ ਵੀ ਜਾ ਰਿਹਾ ਕਿ ਇਲੈਕਸ਼ਨ ਤੋਂ ਬਾਅਦ ਜਦੋਂ ਉਹਨਾਂ ਨੇ ਕੇਜਰੀਵਾਲ ਦੇ ਖਿਲਾਫ ਕੁਝ ਬੋਲਿਆ ਹੋਇਆ ਤੇ ਉਹਨਾਂ ਨੂੰ ਉਹ ਗੱਲਾਂ ਖਟਕ ਰਹੀਆਂ, ਤੇ ਕੇਜਰੀਵਾਲ ਸਾਹਿਬ ਹੁਣ ਇਸ ਗੱਲ ਦੇ ਵਿੱਚ ਵੀ ਇੰਟਰਸਟਡ ਲੱਗ ਰਹੇ ਨੇ ਕਿ ਇਹਨਾਂ ਨੂੰ ਵਾਪਸ ਲਿਆਇਆ ਜਾਵੇ ਤੇ ਇਹਨਾਂ ਨੂੰ ਪੰਜਾਬ ਦਾ ਜਿਹੜਾ ਆ ਚਿਹਰਾ ਬਣਾ ਦਿੱਤਾ ਜਾਵੇ। ਪਰ ਉਹਦੇ ਲਈ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਾਂ ਮੁਸ਼ਕਲਾਂ ਹੋਣਗੀਆਂ। ਨਵਜੋਤ ਸਿੰਘ ਸਿੱਧੂ ਨੂੰ ਰਾਜਨੀਤਿਕ ਪਾਰੀ ਦੇ ਵਿੱਚ ਬਿਲਕੁਲ ਸਪਸ਼ਟ ਹੋਣਾ ਪਵੇਗਾ। ਜਿੰਨੇ ਉਹ ਬਲੂਪ੍ਰਿੰਟ ਬਣਾ ਕੇ ਬੈਠੇ ਨੇ, ਜੇ ਉਹਨਾਂ ਦੇ ਉੱਤੇ ਕੰਮ ਕਰਨਾ ਤਾਂ ਉਸ ਤੋਂ ਪਹਿਲਾਂ ਬਿਲਕੁਲ ਉਹਨਾਂ ਨੂੰ ਇੱਕ ਪਲੇਟਫਾਰਮ ਜਿਹੜਾ ਆ ਉਹ ਰੱਖਣਾ ਪਵੇਗਾ। ਉਸ ਤੋਂ ਬਿਨਾਂ ਜਿਹੜਾ ਆ ਕਿਸੇ ਵੀ ਤਣ ਪੱਤਣ ਲੱਗਣਾ ਜਿਹੜਾ ਉਹਨਾਂ ਲਈ ਮੁਸ਼ਕਲ ਹੋਵੇਗਾ। ਰਾਜਨੀਤੀ ਦੇ ਜਿਹੜੇ ਲੋਕ ਨੇ ਉਹੀ ਕਾਮਯਾਬ ਨੇ ਜਿਹੜੇ ਲੋਕਾਂ ਨਾਲ ਜੁੜੇ ਰਹਿੰਦੇ ਨੇ। ਸਾਲ ਡੇਢ ਸਾਲ ਤੁਸੀਂ ਬਾਹਰ ਰਹੋ, ਬਾਅਦ ਵਿੱਚ ਤੁਸੀਂ ਆ ਕੇ ਟਵੀਟ ਕਰੋ, ਕਦੀ ਕਿਤੇ ਚਲੇ ਜਾਓ, ਕਦੀ ਕੁਛ ਜਾ ਕੇ ਬੋਲੋ, ਤੇ ਇਦਾਂ ਗੱਲ ਨਹੀਂ ਜੇ ਬਣਨੀ। ਜੀ, ਉਹਨਾਂ ਦੇ ਟਵੀਟ ਕਿਤੇ ਇਹ ਤਾਂ ਨਹੀਂ ਕਹਿੰਦੇ ਵੀ ਉਹਨਾਂ ਦੀ ਕਹਾਣੀ ਖਤਮ ਹੋ ਗਈ ਕਾਂਗਰਸ 'ਚ? ਜੇ ਉਹ ਇਦਾਂ ਕਰਦੇ ਰਹਿਣਗੇ ਤੇ ਕਹਾਣੀ ਖਤਮ ਹੋਣ ਨੂੰ ਦੇਰ ਨਹੀਂ ਲੱਗਣੀ। ਕੋਈ ਬਹੁਤ ਲੰਬਾ ਚੌੜਾ ਇਤਿਹਾਸ ਹੈ ਸਾਡੇ ਕੋਲ ਰਾਜਨੀਤੀ ਦਾ। ਬਹੁਤ ਸਾਰੇ ਲੋਕ ਨੇ ਜਿਹੜੇ ਪਤਾ ਵੀ ਨਹੀਂ ਲੱਗਦਾ ਬਾਅਦ ਵਿੱਚ ਕਿੱਥੇ ਚਲੇ ਗਏ। ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਲੀਡਰ ਕਾਂਗਰਸ ਦੇ ਬੈਠੇ ਨੇ ਜਿਨ੍ਹਾਂ ਨੂੰ ਇਸ ਵਾਰ ਪਤਾ ਨਹੀਂ ਹੈ ਕਿ ਕੀ ਹੋ ਜਾਣਾ। ਤੇ ਰਾਜਸਥਾਨ ਦੇ ਜਿਹੜੇ ਅਸੀਂ ਅਧਿਆਪਕ ਦੀ ਗੱਲ ਕਰ ਰਹੇ ਸੀ ਕਿ ਸਿੱਧੂ ਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ, ਉਹ ਕੀ ਮਾਮਲਾ ਹੈ? ਬੜੀ ਕਮਾਲ ਦੀ ਗੱਲ ਹੈ ਜੀ। ਮੈਨੂੰ ਇਹੋ ਜਿਹੀਆਂ ਜਿਹੜੀਆਂ ਪੋਜ਼ਿਟਿਵ ਖਬਰਾਂ ਨੇ, ਖਾਸ ਤੌਰ ਤੇ ਜੇ ਐਜੂਕੇਸ਼ਨ ਦੀ ਨਾਲ ਜੁੜੀਆਂ ਹੋਣ, ਤੇ ਮੈਨੂੰ ਉਹ ਬਹੁਤ ਚੰਗੀਆਂ ਲੱਗਦੀਆਂ, ਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਵੀ ਚੰਗੀਆਂ ਲੱਗਣਗੀਆਂ। ਕੁਲਦੀਪ ਜੀ, ਕੋਟਾ ਇੱਕ ਸ਼ਹਿਰ ਆ ਜਿਹੜਾ ਸਿੱਖਿਆ ਲਈ ਹੀ ਜਾਣਿਆ ਜਾਂਦਾ, ਜਿੱਥੇ ਬਹੁਤ ਸਾਰੇ ਐਜੂਕੇਸ਼ਨ ਇੰਸਟੀਚਿਊਟ ਨੇ। ਉੱਥੇ ਨੇੜੇ ਚੇਚਟ ਕਰਕੇ ਇੱਕ ਸ਼ਹਿਰ ਆ, ਉੱਥੇ ਕਾਲਜ ਆ ਸੰਸਕ੍ਰਿਤ ਦਾ। ਉੱਥੇ ਡਾਕਟਰ ਇੰਦਰ ਨਾਰਾਇਣ ਝਾ ਨੇ, ਉਹ PhD ਨੇ, ਵਿਆਕਰਣਾਚਾਰੀਆ ਵੀ ਨੇ ਤੇ ਸਾਹਿਤਚਾਰੀਆ ਵੀ ਨੇ। 2016 ਤੋਂ ਉਸ ਕਾਲਜ ਦੇ ਵਿੱਚ ਉਹ ਬਤੌਰ ਪ੍ਰਿੰਸੀਪਲ ਤੈਨਾਤ ਨੇ। 440 ਦੇ ਕਰੀਬ ਉਹਨਾਂ ਕੋਲ ਸਟੂਡੈਂਟ ਨੇ ਤੇ 226 ਜਿਨ੍ਹਾਂ ਦੇ ਵਿੱਚੋਂ ਗਰਲ ਸਟੂਡੈਂਟਸ ਨੇ। ਪਿਛਲੇ 5 ਸਾਲ ਦਾ ਉਹਨਾਂ ਦਾ ਜਿਹੜਾ ਰਿਜ਼ਲਟ ਆ ਉਹ 92% ਤੋਂ ਲੈ ਕੇ 100% ਤੱਕ ਰਿਹਾ। ਹੁਣ ਤੁਸੀਂ ਕਹੋਗੇ ਇਹਦੇ 'ਚ ਹੈਰਾਨੀ ਦੀ ਗੱਲ ਕੀ ਆ? ਸਭ ਤੋਂ ਜਿਹੜੀ ਵੱਡੀ ਹੈਰਾਨੀ ਦੀ ਗੱਲ ਆ ਕਿ ਉਸ ਕਾਲਜ ਦੇ ਵਿੱਚ ਪੜ੍ਹਾਉਣ ਵਾਲੇ ਉਹ ਇਕੱਲੇ ਹੀ ਨੇ। ਉੱਥੇ ਹੋਰ ਕੋਈ ਟੀਚਰ ਉਹਨਾਂ ਦੀ ਮਦਦ ਲਈ ਨਹੀਂ ਹੈਗਾ। ਨਾਨ ਟੀਚਿੰਗ ਸਟਾਫ ਦੇ ਵਿੱਚ ਕੁਝ ਲੋਕ ਜ਼ਰੂਰ ਹੋਣਗੇ, ਪਰ ਐਜ਼ ਏ ਟੀਚਰ ਉਹ ਉੱਥੇ ਸਿਰਫ ਇਕੱਲੇ ਨੇ। ਐਡਮਿਨਿਸਟ੍ਰੇਸ਼ਨ ਵੀ ਦੇਖਦੇ ਨੇ, ਪ੍ਰਬੰਧ ਵੀ ਕਰਦੇ ਨੇ, ਤੇ ਉਹ ਉਸ ਕਾਲਜ ਨੂੰ ਚਲਾ ਵੀ ਰਹੇ ਨੇ। ਤੇ ਜਿਹੜੇ 90% ਤੋਂ ਜ਼ਿਆਦਾ ਉਹਨਾਂ ਦਾ ਟਰੈਕ ਰਿਕਾਰਡ ਵੀ ਆ। ਦੇਖੋ, ਸੰਸਕ੍ਰਿਤ ਦੇ PhD ਨੇ, ਸੰਸਕ੍ਰਿਤ ਵੀ ਪੜ੍ਹਾਉਂਦੇ ਨੇ ਤੇ ਅੰਗਰੇਜ਼ੀ ਵੀ ਪੜ੍ਹਾਉਂਦੇ ਨੇ। ਗ੍ਰੈਜੂਏਟ ਲੈਵਲ ਦੀਆਂ ਕਲਾਸਾਂ ਨੂੰ ਬਾਕੀ ਸਬਜੈਕਟ ਵੀ ਪੜ੍ਹਾਉਂਦੇ ਨੇ। ਤੇ ਸਿੱਧੂ ਸਾਹਿਬ ਨੂੰ ਤੁਸੀਂ ਸਿੱਖਣ ਦੀ ਗੱਲ ਕੀਤੀ ਹੈ। ਜੇ ਤੁਸੀਂ ਚਾਹੋ ਤੇ ਵਨ ਮੈਨ ਆਰਮੀ ਵੀ ਕੰਮ ਕਰ ਸਕਦੀ ਹੈ। ਅੱਛਾ, ਇੱਕ ਹੋਰ ਜਿਹੜੀ ਹੈਰਾਨੀ ਦੀ ਗੱਲ ਇਹ ਆ ਕਿ ਰਾਜਸਥਾਨ ਸਰਕਾਰ ਨੇ ਉਹਨਾਂ ਨੂੰ ਨੋਮੀਨੇਟ ਵੀ ਕੀਤਾ ਤੇ ਉਹਨਾਂ ਨੂੰ ਇਨਾਮ ਵੀ ਦਿੱਤਾ ਕੋਈ, ਪਰ ਉਹਨਾਂ ਦੀ ਜਗ੍ਹਾ ਤੇ ਉੱਥੇ ਕੋਈ ਹੋਰ ਪ੍ਰੋਫੈਸਰ, ਕੋਈ ਹੋਰ ਅਧਿਆਪਕ, ਕੋਈ ਹੋਰ ਟੀਚਰ ਉਹਨਾਂ ਦੇ ਕਾਲਜ ਨੂੰ ਨਹੀਂ ਦਿੱਤਾ। ਇਨਾਮ ਜ਼ਰੂਰ ਦੇ ਦਿੱਤਾ, ਸ਼ਾਬਾਸ਼ ਜ਼ਰੂਰ ਦੇ ਦਿੱਤੀ ਹੈ। ਸੋ ਐਜੂਕੇਸ਼ਨ ਦੇ ਵਿੱਚ ਇਹ ਤਾਂ ਡਾਕਟਰ ਇੰਦਰ ਨਾਰਾਇਣ ਝਾ ਦੀ ਗੱਲ ਹੈ। ਮੈਂ ਇਸ ਤੋਂ ਪਹਿਲਾਂ ਚਾਣਕਿਆ ਨੂੰ ਬਹੁਤ ਫੇਵਰ ਕਰਦਾ ਕਿ ਉਹਨਾਂ ਨੇ ਐਜੂਕੇਸ਼ਨ ਦੇ ਵਿੱਚ ਬਹੁਤ ਸਾਰੇ ਬਦਲਾਵ ਲਿਆਂਦੇ ਸੀ ਤੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਸਾਮਰਾਜ ਖੜਾ ਕਰ ਦਿੱਤਾ ਸੀ। ਚੰਦਰਗੁਪਤ ਮੌਰੀਆ ਨੂੰ ਉਹਦੀ ਇੱਕ ਮਾਂ ਕੋਲੋਂ ਇੱਕ ਛੋਟੇ ਜਿਹੇ ਬੱਚੇ ਨੂੰ ਲਿਆ ਕੇ ਉਹਨੂੰ ਤਿਆਰ ਕਰਕੇ ਉਹਨੂੰ ਪੜ੍ਹਾ ਕੇ ਤੇ ਇੱਕ ਜਿਹੜਾ ਵੱਖਰੀ ਮਿਸਾਲ ਪੇਸ਼ ਕਰ ਦਿੱਤੀ ਸੀ। ਅਲੈਗਜ਼ੈਂਡਰ ਜਦੋਂ ਭਾਰਤ ਚੋਂ ਹਾਰਿਆ ਤੇ ਉਹਨੂੰ ਇਹ ਗੱਲ ਸਮਝਣੀ ਪਈ ਆਪਣੇ ਬੰਦੇ ਕੋਲੋਂ, ਆਪਣੇ ਇੱਕ ਸਿਪਾਹ ਸਲਾਰ ਨੂੰ ਉਹਨੇ ਪੁੱਛਿਆ ਕਿ ਅਸੀਂ ਜਦੋਂ ਭਾਰਤ ਦੀਆਂ ਰਿਆਸਤਾਂ ਨੂੰ ਲੁੱਟ ਲੈਂਦੇ ਆ, ਇਹ ਬਾਅਦ ਵਿੱਚ ਜਿਹੜੇ ਲੋਕ ਆਉਂਦੇ ਨੇ ਉਹ ਕੌਣ ਨੇ? ਤੇ ਫਿਰ ਉਹਨੂੰ ਉਹਦੇ ਸਹਾਇਕ ਨੇ ਦੱਸਿਆ ਸੀ ਕਿ ਇੱਥੇ ਜਿਹੜੀ ਸੱਤਾ ਆ ਉਹ ਰਾਜੇ ਕੋਲ ਆ, ਪਰ ਰਾਜੇ ਨੂੰ ਜਿਹੜੀ ਚਲਾਉਣ ਵਾਲੀ ਬਾਡੀ ਆ ਉਹ ਜਿਹੜੀ ਆ ਉਹ ਗੁਰੂ ਆ, ਉਹ ਜਿਹੜੇ ਸਿੱਖਿਆਰਥੀ ਨੇ, ਸਿੱਖਿਅਕ ਨੇ, ਉਹ ਨੇ। ਤੇ ਇਹ ਸਿੱਖਿਅਕ ਉਹ ਲੋਕ ਨੇ ਜਦੋਂ ਤੁਸੀਂ ਰਾਜੇ ਦੀ ਸੱਤਾ ਨੂੰ ਖਤਮ ਕਰ ਦਿੰਦੇ ਹੋ, ਫੌਜ ਨੂੰ ਖਤਮ ਕਰ ਦਿੰਦੇ ਹੋ, ਪਰ ਇਹ ਆਪਣੇ ਵਿਦਿਆਰਥੀਆਂ ਨੂੰ ਫਿਰ ਤੁਹਾਡੇ ਵਿਰੁੱਧ ਲਾਮਬੰਦ ਕਰਕੇ ਤੇ ਇੱਕ ਨਵੀਂ ਕਾਇਮ ਰਹਿੰਦੇ ਨੇ। ਜੀ, ਤੇ ਉਹ ਬੜੀ ਮਹਾਨ, ਬਹੁਤ ਚੰਗੀ ਗੱਲ ਕੀਤੀ ਹੈ ਡਾਕਟਰ ਇੰਦਰ ਨਾਰਾਇਣ ਝਾ ਨੇ। ਪਰ ਰਾਜਸਥਾਨ ਸਰਕਾਰ ਨੇ ਉਹਨਾਂ ਨੂੰ ਨਾਮ ਤਾਂ ਦੇ ਦਿੱਤਾ, ਪਰ ਚਾਹੀਦਾ ਇਹ ਸੀ ਕਿ ਉੱਥੇ ਜਿੰਨੀਆਂ ਵੀ ਪੋਸਟਾਂ ਖਾਲੀ ਨੇ ਉਹਨੂੰ ਸਾਰੀਆਂ ਹੀ ਭਰ ਦਿੰਦੇ। ਜੀ ਕੁਲਦੀਪ ਜੀ, ਜਾਂਦੇ ਕਰੋਨਾ ਦੀ ਵੀ ਗੱਲ ਕਰ ਲੈਂਦੇ ਆ। ਤੇ ਕਰੋਨਾ ਦੇ ਅੰਕੜਿਆਂ ਨੂੰ ਲੈ ਕੇ ਇੱਕ ਬੜੇ ਰੌਚਕ ਜਿਹੇ ਤੱਥ ਸਾਹਮਣੇ ਆਏ ਨੇ, ਉਹ ਕੀ ਨੇ? ਇੱਕ ਗੱਲ ਮੈਂ ਪਹਿਲਾਂ ਕਲੀਅਰ ਕਰ ਦੇਵਾਂ। ਪਿਛਲੇ ਕਈ ਦਿਨਾਂ ਦੇ ਵਿੱਚ ਮੈਂ ਅਜਿਹੇ ਲੋਕਾਂ ਨੂੰ ਮਿਲਿਆ ਜੋ ਪਿਛਲੇ 6 ਮਹੀਨੇ ਤੋਂ ਇਹ ਕਹਿ ਰਹੇ ਸੀ ਕਿ ਕਰੋਨਾ ਨਾਂ ਦੀ ਕੋਈ ਚੀਜ਼ ਨਹੀਂ ਤੇ ਇਸ ਦਾ ਰੌਲਾ ਜਿਹੜਾ ਪਾਇਆ ਜਾ ਰਿਹਾ ਸਰਕਾਰਾਂ ਵੱਲੋਂ ਤੇ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਲੋਕਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਤੇ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਕੇ ਡਰਾਇਆ ਧਮਕਾਇਆ ਜਾ ਰਿਹਾ। ਲੋਕ ਕਹਿੰਦੇ ਸੀ ਕਰੋਨਾ ਸਰਕਾਰੀ ਹੈ। ਉਹ ਗੱਲ ਸਾਰੇ ਜਣੇ ਕੰਨ ਖੋਲ ਕੇ ਸੁਣ ਲੈਣ। ਕਰੋਨਾ ਹੈ ਔਰ ਲੋਕਾਂ ਤੇ ਅਸਰ ਪਾ ਰਿਹਾ ਔਰ ਜਾਨਾਂ ਵੀ ਲੈ ਰਿਹਾ ਤੇ ਲੋਕਾਂ ਨੂੰ ਬਿਮਾਰ ਵੀ ਕਰ ਰਿਹਾ। ਸਾਡੇ ਲਾਈਫ ਸਟਾਈਲ ਨੂੰ, ਰੁਜ਼ਗਾਰ ਨੂੰ, ਹੋਰਨਾਂ ਚੀਜ਼ਾਂ ਨੂੰ ਕਈਆਂ ਨੂੰ ਖਤਮ ਕਰ ਚੁੱਕਾ ਹੈ। ਔਰ ਮੈਂ ਨਹੀਂ ਕਹਿੰਦਾ ਕਿ ਅਜੇ ਤੱਕ ਕਾਫੀ ਬਚਾਅ ਹੈ। ਜੇ ਸਿਆਣਪ ਨਾਲ ਚੱਲੀਏ ਤਾਂ ਬਹੁਤ ਬਚਾਅ ਹੋ ਸਕਦਾ ਹੈ,
ਪਰ ਕਰੋਨਾ ਹੈ, ਇਸ ਗੱਲ ਤੇ ਸਾਨੂੰ ਪੱਕਿਆਂ ਹੋ ਜਾਣਾ ਚਾਹੀਦਾ ਹੈ। ਹੁਣ ਗੱਲ ਕਰਦੇ ਹਾਂ ਭਾਰਤ ਦੇ ਵਿੱਚ। ਭਾਰਤ ਇਸ ਵੇਲੇ ਰਿਕਾਰਡ ਤੋੜ ਰਿਹਾ ਕਰੋਨਾ ਦੇ ਵਿੱਚ। ਪਿਛਲੇ 24 ਘੰਟਿਆਂ ਦੇ ਵਿੱਚ ਪੌਣੇ 2 ਲੱਖ ਦੇ ਆਸ-ਪਾਸ ਨਵੇਂ ਕੇਸ ਆਏ ਨੇ। ਪੂਰੀ ਦੁਨੀਆ ਦੇ ਵਿੱਚੋਂ ਦੂਸਰਾ ਨੰਬਰ ਹੈ, ਨੰਬਰ 1 ਅਮਰੀਕਾ ਦਾ ਹੈ, ਪਰ ਉੱਥੇ ਆਬਾਦੀ ਕੁੱਲ ਘੱਟ ਹੈ, ਟੈਸਟਿੰਗ ਬਹੁਤ ਜ਼ਿਆਦਾ ਹੈ। ਭਾਰਤ ਵਿੱਚ ਟੈਸਟਿੰਗ ਵੀ ਘਟ ਗਈ ਸੀ, ਹੁਣ ਦੁਬਾਰਾ ਵਧਾ ਦਿੱਤੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਪਿਛਲੇ ਸਾਲ ਕਿ ਵੈਂਟੀਲੇਟਰ ਬਹੁਤ ਥੋੜ੍ਹੇ ਨੇ, ਹੁਣ ਤੇ ਵੈਂਟੀਲੇਟਰਾਂ ਦੀ ਕੋਈ ਗੱਲ ਨਹੀਂ ਕਰਦਾ, ਪਰ ਹਸਪਤਾਲ ਭਰੇ ਪਏ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਟੀਕੇ ਦਵਾ-ਦਵ ਲੱਗ ਰਹੇ ਨੇ, ਟੀਕਿਆਂ ਦਾ ਰੌਲਾ ਹੈ, ਉਹਦੀ ਵੀ ਗੱਲ ਕਰਾਂਗੇ। ਪਰ ਇੱਕ ਰੌਚਕ ਤੱਥ ਜਿਹੜਾ ਮੈਂ ਪਹਿਲਾਂ ਉਹ ਸਾਂਝਾ ਕਰਨਾ ਚਾਹਾਂਗਾ। 4 ਸੂਬੇ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ, ਵੈਸਟ ਬੰਗਾਲ, ਤਾਮਿਲਨਾਡੂ, ਅਸਾਮ ਤੇ ਕੇਰਲਾ, ਇਹਨਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ 8 ਗੇੜਾਂ ਦੀਆਂ। 28 ਅਪ੍ਰੈਲ ਨੂੰ ਖਤਮ ਹੋ ਜਾਣੀਆਂ ਨੇ ਤੇ ਮਈ ਦੇ ਵਿੱਚ ਰਿਜ਼ਲਟ ਆ ਜਾਣੇ ਸ਼ੁਰੂ ਵਿੱਚ। ਇਹਨਾਂ ਸੂਬਿਆਂ ਦੇ ਵਿੱਚ ਕਰੋਨਾ ਕੇਸ ਜਿਹੜੇ ਬਾਕੀ ਸੂਬਿਆਂ ਦੇ ਮੁਕਾਬਲੇ 300% ਤੋਂ ਵੱਧ ਰਫ਼ਤਾਰ ਨਾਲ ਵਧੇ ਨੇ ਪਿਛਲੇ ਸਮੇਂ ਨਾਲੋਂ। ਬੰਗਾਲ ਦੇ ਵਿੱਚ ਬਹੁਤ ਰਫ਼ਤਾਰ ਹੈ, ਅਸਾਮ ਦੇ ਵਿੱਚ ਬਹੁਤ ਰਫ਼ਤਾਰ ਹੈ, ਔਰ ਸਿਆਸੀ ਰੈਲੀਆਂ, ਸਿਆਸੀ ਇਕੱਠ, ਘਰੋਂ ਘਰੀ ਜਾ ਕੇ ਚੋਣ ਪ੍ਰਚਾਰ, ਲੋਕਾਂ ਦੀ ਗਹਿਮਾ ਗਹਿਮੀ, ਇਹ ਸਾਰੀਆਂ ਚੀਜ਼ਾਂ ਦਾ ਇਸ 'ਤੇ ਅਸਰ ਹੋ ਸਕਦਾ ਹੈ। ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸੂਬੇ ਇਸ ਵੇਲੇ ਤਾਂ ਜਾ ਰਹੇ ਨੇ। ਮਹਾਰਾਸ਼ਟਰ ਦਾ ਭਾਵੇਂ ਨੰਬਰ 1 ਹੈ, ਪਰ ਜਿਨ੍ਹਾਂ ਦੇ ਮੈਂ ਨਾਮ ਲਏ ਨੇ, ਇੱਥੇ ਬਹੁਤ ਕਰੋਨਾ ਮਰੀਜ਼ਾਂ ਦੀ ਇਸ ਵੇਲੇ ਗਿਣਤੀ ਹੈ। ਅਸਾਮ ਦੇ ਵਿੱਚ ਦੱਸਿਆ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਿਹਤ ਮੰਤਰੀ ਨੇ ਕਈ ਦਿਨ ਪਹਿਲਾਂ ਇੱਕ ਬਿਆਨ ਦੇ ਦਿੱਤਾ ਸੀ ਕਿ ਐਵੇਂ ਨਾ ਡਰੋ, ਕਰੋਨਾ ਤੋਂ ਕੋਈ ਇਹੋ ਜਿਹੀ ਗੱਲ ਨਹੀਂ, ਤੇ ਮਾਸਕ ਪਾਉਣਾ ਵੀ ਕੋਈ ਜ਼ਰੂਰੀ ਨਹੀਂ, ਕਿਸੇ ਦੀ ਜ਼ਰੂਰਤ ਨਾ ਪਾਓ ਭਾਵੇਂ, ਕੋਈ ਗੱਲ ਨਹੀਂ। ਉੱਥੇ ਇਹੋ ਜਿਹਾ ਬਿਆਨ ਜਿਹੜੇ ਨੇ ਕਈ ਸਾਡੇ ਆਗੂਆਂ ਵੱਲੋਂ ਸਮੇਂ-ਸਮੇਂ 'ਤੇ ਦਿੱਤੇ ਜਾਂਦੇ ਰਹੇ ਨੇ। ਹੁਣ ਗੱਲ ਕਰਾਂਗੇ ਟੀਕਿਆਂ ਦੀ। ਟੀਕੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਭਾਰਤ ਵਿੱਚ 2 ਤਰ੍ਹਾਂ ਦੇ ਟੀਕਿਆਂ ਨੂੰ ਅਜੇ ਤੱਕ ਸਰਕਾਰੀ ਮਨਜ਼ੂਰੀ ਹੈ। ਤੀਸਰੇ ਦੀ ਮਨਜ਼ੂਰੀ ਤੇ ਕਈ ਸੰਸਥਾਵਾਂ ਵੱਲੋਂ, ਕਈ ਅਥਾਰਟੀਜ਼ ਵੱਲੋਂ ਮਨਜ਼ੂਰੀ ਮਿਲ ਗਈ ਤੇ ਇੱਕ ਅੱਧੀ ਸ਼ਾਇਦ ਕੋ ਬਾਕੀ ਹੈ। ਉਹ ਤੀਸਰਾ ਟੀਕਾ ਹੈ ਸਪੂਤਨਿਕ। ਸਪੂਤਨਿਕ ਟੀਕਾ ਰਸ਼ੀਆ ਦਾ ਹੈ, ਰੂਸ ਦਾ ਹੈ, ਉਹਨਾਂ ਦਾ ਆਪਣਾ ਆਜ਼ਾਦ ਕੀਤਾ ਹੋਇਆ ਟੀਕਾ ਹੈ, ਜਿਸ ਦੇ ਬਾਰੇ ਇਹ ਦੱਸਣਾ ਫਰਜ਼ ਬਣਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਰੋਨਾ ਦਾ ਟੀਕਾ ਸੀ ਉਹ ਸਪੂਤਨਿਕ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ ਕਿਸੇ ਨੇ ਵੀ ਇਹ ਨਹੀਂ ਸੀ ਆਖਿਆ ਸੀ ਕਿ ਅਸੀਂ ਟੀਕਾ ਬਣਾ ਲਿਆ। ਹੁਣ ਉਹ ਕਈ ਦੇਸ਼ਾਂ ਦੇ ਵਿੱਚ ਲੱਗ ਵੀ ਰਿਹਾ। ਕਈ ਦੇਸ਼ਾਂ ਦੀ ਲਿਸਟ ਇਹੋ ਜਿਹੀ ਹੈ ਜਿਨ੍ਹਾਂ ਨੇ ਰੂਸ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਲਾਇਆ। ਕਈ ਸੰਸਥਾਵਾਂ ਨੇ, ਜਰਮਨ ਦੀ ਇੱਕ ਸੰਸਥਾ ਨੇ ਕਿਹਾ ਸੀ ਕਿ ਇਸ ਦੇ ਟਰਾਇਲ ਪੂਰੀ ਤਰ੍ਹਾਂ ਸਹੀ ਨਹੀਂ ਹਨ, ਇਸ ਕਰਕੇ ਇਸ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਤੇ ਹੁਣ ਕਈ ਸੰਸਥਾਵਾਂ ਇਹੋ ਜਿਹੀਆਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਇਸ ਦੀ ਸਪੋਰਟ ਕੀਤੀ ਹੈ। ਲੈਸੈਂਟ ਮੈਗਜ਼ੀਨ ਹੈ ਇੱਕ, ਇਹ ਯੂਰਪ ਦਾ ਇੱਕ ਹੈਲਥ ਦਾ ਮੈਗਜ਼ੀਨ ਹੈ। ਲੈਸੈਂਟ ਮੈਗਜ਼ੀਨ ਇਹ ਉਹੀ ਹੈ ਜਿਸ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਕਾਫੀ ਸਾਲ ਪਹਿਲਾਂ ਉਹਨਾਂ ਨੇ ਇੱਕ ਸੁਪਰ ਬਗ ਨਾਂ ਦਾ ਜਿਹੜਾ ਸੀ, ਜਿਸ ਨੂੰ NDM ਮੋਟੇਲਾ ਦਾ ਨਾਮ ਦੇ ਦਿੱਤਾ ਸੀ, ਨਿਊ ਡੈਲੀ ਮੋਟੇਲਾ। ਭਾਰਤ ਸਰਕਾਰ ਨੇ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਸੀ ਕਿ ਭਾਵੇਂ ਕਿ ਸੁਪਰ ਬਗ ਭਾਰਤ ਦੇ ਵਿੱਚੋਂ ਨਿਕਲਿਆ ਹੋਵੇ, ਪਰ ਨਵੀਂ ਦਿੱਲੀ ਦੇ ਨਾਂ 'ਤੇ ਰੱਖਣ ਵਾਲੇ ਤੁਸੀਂ ਕੌਣ ਹੁੰਦੇ ਹੋ? ਅਸੀਂ ਕੋਈ ਕਾਪੀਰਾਈਟ ਤਾਂ ਨਹੀਂ ਕਰਵਾਇਆ, ਜੇ ਗੱਲ ਦਾ ਕੋਈ ਸਬੂਤ ਥੋੜ੍ਹੀ ਕਿ ਸਾਡੇ ਕੋਲੋਂ ਨਿਕਲਿਆ ਵਾਇਰਸ। ਉਸ ਬਾਰੇ ਇਹ ਆਖਿਆ ਗਿਆ ਸੀ ਕਿ ਜ਼ਿਆਦਾ ਐਂਟੀਬਾਇਓਟਿਕ ਦੇ ਪ੍ਰਯੋਗ ਨਾਲ ਇਹ ਜਿਹੜਾ ਸੁਪਰ ਬਗ ਹੈ ਪੈਦਾ ਹੋਇਆ। ਉਸ ਨੂੰ NDM ਆਖਿਆ ਗਿਆ ਸੀ, NDM 1 ਜਾਂ ਟੈਕਨੀਕਲ ਨਾਮ ਹੈ। ਹੁਣ ਲੈਸੈਂਟ ਦੇ ਵਿੱਚ ਇਹ ਰਿਪੋਰਟ ਛਪੀ ਹੈ ਕਿ ਇਹ ਟੀਕਾ ਭਰੋਸੇਯੋਗ ਹੈ। ਭਾਰਤ ਵਿੱਚ ਇਸ ਟੀਕੇ ਦੀ ਮਨਜ਼ੂਰੀ ਦੇ ਤਕਰੀਬਨ ਸਾਰੇ ਰਸਤੇ ਜਿਹੜੇ ਨੇ ਖੁੱਲ੍ਹ ਚੁੱਕੇ ਨੇ। ਭਾਰਤ ਸਰਕਾਰ, ਪੰਜਾਬ ਸਰਕਾਰ, ਹੋਰ ਸੂਬਾ ਸਰਕਾਰਾਂ, ਚੋਣਾਂ ਵੀ ਚੱਲ ਰਹੀਆਂ ਨੇ, ਚੋਣਾਂ ਚੱਲਦੀਆਂ ਰਹਿਣੀਆਂ ਨੇ, ਤੇ ਲੋਕਡਾਊਨ ਪਹਿਲਾਂ ਵਰਗਾ ਸ਼ਾਇਦ ਲਾ ਨਾ ਸਕੇ ਸਾਡੀ ਸਰਕਾਰ, ਕਿਉਂਕਿ ਲੋਕਾਂ ਕੋਲ ਰੁਜ਼ਗਾਰ ਦੇ, ਰੋਟੀ ਦੇ ਤੇ ਸਿਰ ਢੱਕਣ ਵਾਸਤੇ ਸਰਕਾਰਾਂ ਕੋਲ ਵਸੀਲੇ ਨਹੀਂ, ਜਿੰਨੇ ਪਿਛਲੇ ਸਾਲ ਸਾਨੂੰ ਡਰੇਨ ਆਊਟ ਹੋ ਚੁੱਕੇ ਨੇ। ਬਹੁਤ ਸਾਰੇ ਲੋਕਾਂ ਨੇ ਦਾਨ ਦਿੱਤੇ, ਇਹਨਾਂ ਨੇ ਗੋਲਕ ਪੇਟੀ ਲਾਈ ਹੋਈ ਸੀ ਤੇ ਕਈਆਂ ਨੇ ਪਾਇਆ ਉਸ ਦੇ ਵਿੱਚ, ਤੇ ਦੁਬਾਰਾ ਪਾਉਣਗੇ ਜਾਂ ਨਹੀਂ ਪਾਉਣਗੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ। ਇਲੈਕਸ਼ਨਾਂ ਵੀ ਹੋਣਗੀਆਂ ਤੇ ਸਾਰੇ ਉਤਸਵ ਵੀ ਚੱਲਦੇ ਰਹਿਣਗੇ ਤੇ ਫਸਲਾਂ ਦੀ ਸਾਂਭ ਸੰਭਾਲ ਵੀ ਚੱਲਦੀ ਰਹੇਗੀ, ਪਰ ਟੀਕੇ ਲਵਾਉਣ ਤੇ ਜ਼ੋਰ ਦਿੱਤਾ ਜਾ ਰਿਹਾ, ਟੀਕੇ ਨਾਲ ਫਰਕ ਪੈ ਰਿਹਾ। ਹੁਣ ਸਪੂਤਨਿਕ ਨੂੰ ਜੇ ਮਨਜ਼ੂਰੀ ਮਿਲ ਜਾਂਦੀ ਤੇ ਫਿਰ ਰਫ਼ਤਾਰ ਹੋਰ ਤੇਜ਼ ਹੋ ਜਾਵੇਗੀ। ਹੁਣ ਟੀਕਿਆਂ ਬਾਰੇ ਦੁਨੀਆ ਭਰ ਦੇ ਵਿੱਚ ਕਸ਼ਮਕਸ਼ ਚੱਲ ਰਹੀ ਹੈ। ਇਸ ਦੇ ਬਾਰੇ ਮੈਂ ਜ਼ਿਆਦਾ ਡਿਟੇਲ ਵਿੱਚ ਨਾ ਜਾਵਾਂ, ਤੇ ਜਿੰਨੇ ਦੁਨੀਆ ਵਿੱਚ ਇਸ ਵੇਲੇ ਟੀਕੇ ਲਾਏ ਜਾ ਰਹੇ ਨੇ ਉਹਨਾਂ ਵਿੱਚ ਸਾਰਿਆਂ ਦੀਆਂ ਰਿਪੋਰਟਸ ਜਿਹੜੀਆਂ ਇੱਕ ਦੂਸਰੇ ਦੇ ਵਿਰੋਧਾਭਾਸੀ ਨੇ, ਤੇ ਹਰ ਕੰਪਨੀ ਜਿਸ ਨੇ ਜਾਂ ਸਰਕਾਰ ਨੇ ਜਿਹੜਾ ਟੀਕਾ ਬਣਾਇਆ ਹੋਇਆ ਉਸ ਦੇ ਹੱਕ ਦੇ ਵਿੱਚੋਂ ਗੱਲ ਕਰ ਰਹੇ ਨੇ ਕਿ ਸਾਡਾ ਟੀਕਾ ਠੀਕ ਹੈ, ਸਾਨੂੰ ਸਿਰਫ ਖਾਮ-ਖਾ ਭੰਡਿਆ ਜਾ ਰਿਹਾ। ਸੋ ਇੱਕ ਟੀਕਾ ਜਿਹੜਾ ਹੈ, ਉਹ ਇੱਕ ਦਵਾਈ ਜਿਹੜੀ ਹੈ, ਉਹਦੇ ਬਾਰੇ ਅਜੇ ਤੱਕ ਕਿਸੇ ਸੰਸਥਾ ਨੇ ਇਹ ਨਹੀਂ ਆਖਿਆ ਕਿ ਉਹ ਜਿਹੜੀ ਆ ਉਹ ਕਾਮਯਾਬ ਹੈ ਜਾਂ ਨਹੀਂ ਹੈ। ਉਹ ਹੈ ਬਾਬਾ ਰਾਮਦੇਵ ਵਾਲੀ ਦਵਾਈ। ਇਹ ਅਸੀਂ ਇਸ ਤੋਂ ਬਹੁਤ ਵਾਰੀ ਮਜ਼ਾਕ ਦੇ ਤੌਰ ਤੇ ਗੱਲ ਕਰ ਚੁੱਕੇ। ਮੈਂ ਸਮਝਦਾ ਕਿ ਬਾਬਾ ਰਾਮਦੇਵ ਨੂੰ ਗੱਲ ਪੁੱਛਣੀ ਬਣਦੀ ਹੈ ਕਿ ਤੁਸੀਂ ਇਹ ਕਿਹੜੀ ਗੱਲ ਨਾਲ, ਕਿਹੜੇ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਤੁਹਾਡੇ ਖੋਜ ਕਰਤਾ ਹਨ ਉਹਨਾਂ ਨੂੰ ਲਿਆ ਕੇ ਬਿਠਾਓ, ਉਹਨਾਂ ਨੂੰ ਪੁੱਛੋ ਕਿ ਕਿੱਥੇ ਦਵਾਈ ਇਹ ਕਾਰਗਰ ਸਿੱਧ ਹੋ ਰਹੀ ਹੈ। ਜਾਂ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੀਆਂ ਤੁਸੀਂ ਪਹਿਲਾਂ ਬਾਜ਼ਾਰ ਦੇ ਵਿੱਚ ਦਵਾਈਆਂ ਉਤਾਰੀਆਂ ਹੋਈਆਂ ਨੇ ਪਤੰਜਲੀ ਦੇ ਸਟੋਰਾਂ ਤੇ, ਉਹ ਕਿਵੇਂ ਲੋਕਾਂ ਤੇ ਸਹੀ ਕੰਮ ਕਰ ਰਹੀਆਂ ਨੇ। ਜੇ ਯੋਗਾ ਦੀ ਗੱਲ ਕਰੀਏ ਤਾਂ ਯੋਗਾ ਨੂੰ ਅਸੀਂ ਕੁਐਸਚਨ ਨਹੀਂ ਕਰਦੇ। ਯੋਗਾ ਤੇ ਹਜ਼ਾਰਾਂ ਸਾਲ ਪੁਰਾਣੀ ਵਿਧੀ ਹੈ। ਇਹ ਤੇ ਬਹੁਤ ਯੋਗ ਗੁਰੂ ਨੇ ਭਾਰਤ ਵਿੱਚ,
ਇਸ ਬਾਬੇ ਨੇ ਤੇ ਸਿਰਫ ਉਸ ਨੂੰ ਗਲੈਮਰਾਈਜ਼ ਕੀਤਾ ਹੈ, ਦੁਨੀਆ ਦੇ ਸਾਹਮਣੇ ਬਿਜ਼ਨਸ ਮਾਡਲ ਦੇ ਤੌਰ ਤੇ ਪੇਸ਼ ਕੀਤਾ ਹੈ। ਜਿੰਨੇ ਪ੍ਰੋਡਕਟ ਬਾਬਾ ਜੀ ਅੱਜ ਮਾਰਕੀਟ ਵਿੱਚ ਦੇ ਰਹੇ ਨੇ, ਇਹਨਾਂ ਦੀ ਉਹਨਾਂ ਤੇ ਖਿਚਾਈ ਹੋਣੀ ਚਾਹੀਦੀ ਹੈ, ਬਣਦੀ ਹੈ ਕਿ ਤੁਸੀਂ ਇਹਨਾਂ ਦੀ ਸ਼ੁੱਧਤਾ ਤੇ ਇਹਨਾਂ ਦੇ ਜਿਹੜੇ ਤੁਸੀਂ ਦਾਅਵੇ ਕਰਦੇ ਹੋ ਉਹਨਾਂ ਨੂੰ ਸਾਬਤ ਜ਼ਰੂਰ ਕਰੋ। ਜੀ ਕੁਲਦੀਪ ਜੀ ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।